ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ ਜਿਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਜਿਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਰਹਾਉ ਮਰਨੋ ਮਰਨ ਕਹੈ ਸਭ ਕੋਈ, ਸਹਜੇ ਮਰੈ ਅਮਰ ਹੋਏ ਸੋਈ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ। ਆਪਾਂ ਜੋ ਇਹ ਇਲਾਹੀ ਫਰਮਾਨ ਸਰਵਣ ਕੀਤਾ ਹੈ, ਕੁਦਰਤ ਦੇ ਭਾਣੇ ਮੁਤਾਬਕ ਕਾਂਸ਼ੀ ਵਿੱਚ ਹੈਜੇ ਦਾ ਰੋਗ ਪਸਰ ਗਿਆ। ਲੋਕਾਂ ਦੀਆਂ ਆਮ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਔਰ ਕੁਝ ਪ੍ਰੇਮੀਆਂ ਨੇ ਬਾਬਾ ਕਬੀਰ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪ ਕਾਂਸ਼ੀ ਛੱਡ ਕੇ 4 ਦਿਨ ਸੱਜੇ ਪਾਸੇ ਸੱਜੇ ਖੱਬੇ ਪਾਸੇ ਟਾਈਮ ਕੱਟ ਲਓ ਤਾਂ ਕਿ ਤੁਹਾਡੀ ਕਿਤੇ ਮੌਤ ਨਾ ਹੋ ਜਾਏ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖੋ ਜਿਹੜੀ ਮੌਤ ਦੀ ਤੁਸੀਂ ਗੱਲ ਕਰਦੇ ਹੋ ਨਾ, ਆਪਾਂ ਗੁਰੂ ਕੀ ਸਿੱਖ ਬਾਣੀ ਪੜ੍ਹਦੇ ਹਾਂ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਹੜੀ ਮੌਤ ਤੋਂ ਸੰਸਾਰ ਡਰਦਾ ਨਾ, ਮੇਰੇ ਮਨ ਵਿੱਚ ਉਸ ਮੌਤ ਦਾ ਕੋਈ ਡਰ ਨਹੀਂ। ਆਪਾਂ ਸਾਰੇ ਮੌਤ ਨੂੰ ਧੋਖਾ ਦੇਣਾ ਚਾਹੁੰਦੇ ਹਾਂ, ਪਰ ਪਿਆਰਿਓ ਮੌਤ ਨੂੰ ਧੋਖਾ ਦਿੱਤਾ ਨਹੀਂ ਜਾਣਾ। ਆਪਾਂ ਜਿੰਨੇ ਸਰੀਰ ਇੱਥੇ ਬੈਠੇ ਆ ਜਾਂ ਸੱਜੇ ਖੱਬੇ ਗੁਰਮੁਖ ਪਿਆਰੇ ਸੁਣ ਰਹੇ ਨੇ, ਸਾਡੇ ਸਾਰਿਆਂ ਵਾਸਤੇ ਕਰਤੇ ਨੇ 3 ਚੀਜ਼ਾਂ ਦਾ ਪ੍ਰਬੰਧ ਕੀਤਾ ਹੈ। ਜਦੋਂ ਤਿੰਨੇ ਦੀਆਂ ਤਿੰਨੇ ਇਕੱਠੀਆਂ ਹੋ ਗਈਆਂ, ਸਾਨੂੰ ਕਿਸੇ ਡਾਕਟਰ ਹਕੀਮ ਨੇ ਬਚਾਉਣਾ ਨਹੀਂ। ਉਹ ਹੈ ਦੇਸ਼, ਕਾਲ ਤੇ ਵਸਤੂ। ਇਹਦਾ ਭਾਵ ਹੈ ਵੀ ਜਿਹੜੇ ਥਾਂ ਤੇ ਸਾਡੀ ਮੌਤ ਹੋਣੀ ਹੈ, ਜਿਹੜੀ ਚੀਜ਼ ਨਾਲ ਹੋਣੀ ਹੈ, ਜਿਹੜੇ ਟਾਈਮ ਤੇ ਹੋਣੀ ਹੈ,
ਜਦੋਂ ਇਹ ਤਿੰਨੇ ਦੀਆਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ, ਸਾਨੂੰ ਦੁਨੀਆ ਦੇ ਕਿਸੇ ਹਕੀਮ ਨੇ ਬਚਾਉਣਾ ਨਹੀਂ। ਅਸੀਂ ਦਸਮ ਪਾਤਸ਼ਾਹ ਦਾ ਇੱਕ ਸ਼ਬਦ ਪੜ੍ਹਦੇ ਹਾਂ, ਜਾਲ ਕਹਾਂ थाल कहाँ, गगन के गौन कहाँ, काल के बनाए सबे काल ही चबाएंगे। ਜਦੋਂ ਅਸੀਂ ਇਹ ਸ਼ਬਦ ਦੀ ਵਿਆਖਿਆ ਪੜ੍ਹਦੇ ਹਾਂ ਦਸਮ ਗ੍ਰੰਥ ਵਿੱਚੋਂ, ਜਲ ਕਹਾਂ ਥਲ ਕਹਾਂ ਗगन के गौन कहाँ, काल के बनाए सबे काल ही चबाएंगे, ਉਥੇ ਟੀਕਾਕਾਰ ਵੀਰਾਂ ਨੇ ਇਉਂ ਲਿਖਿਆ ਕਿ ਇੱਕ ਪੰਛੀ, ਉਹਦੀ ਨਿਗਾਹ ਮੱਛੀ ਤੇ ਪਈ। ਮੈਂ ਮੱਛੀ ਦਾ ਪੂੰਗ ਪਕੜਾਂ ਤੇ ਆਪਣੀ ਪੇੜ ਪੂਰਤੀ ਕਰਾਂ। ਉਧਰ ਭਾਣਾ ਰੱਬ ਦਾ ਇੱਕ 12 ਸਿੰਘਾਂ ਪਾਣੀ ਪੀਣ ਵਾਸਤੇ ਆਇਆ। ਉਹ ਆਪਣੇ ਸੁਭਾਅ ਦੇ ਮੁਤਾਬਕ, ਆਪਣੀ ਲੋੜ ਦੇ ਮੁਤਾਬਕ ਪਾਣੀ ਪੀ ਰਿਹਾ। ਉੱਪਰੋਂ ਆਕਾਸ਼ ਵਿੱਚੋਂ ਪੰਛੀ ਨੇ ਝਪਟ ਮਾਰੀ, ਉਹਦੇ ਖੰਭਾਂ ਵਿੱਚ ਵੱਜਾ। ਉਧਰ ਹਿਰਨ ਸਿੰਘ ਦੇ ਮੂੰਹ ਦੇ ਵਿੱਚ ਉਹ ਨਿੱਕਾ ਜਿਹਾ ਪੂੰਗ ਆਇਆ। ਸ਼ਿਕਾਰੀ ਨੇ ਗੋਲੀ ਚਲਾਈ ਤੇ ਤਿੰਨੇ ਦੇ ਤਿੰਨੇ ਮਰ ਗਏ। ਕਿੱਥੇ ਆਕਾਸ਼ ਵਾਲਾ ਪੰਛੀ, ਕਿੱਥੇ ਥਲ ਵਾਲਾ 12 ਸਿੰਘਾਂ, ਕਿੱਥੇ ਪਾਣੀ ਵਿੱਚ ਰਹਿਣ ਵਾਲੀ ਮੱਛੀ। ਇਸ ਕਰ ਗੁਰੂ ਪਾਤਸ਼ਾਹ ਕਹਿੰਦੇ, ਗੁਰੂ ਕੇ ਸਿੱਖਾ ਜਿੰਨਾ ਮਰਜੀ ਮੌਤ ਤੋਂ ਭੱਜਾ, ਮੌਤ ਤੋਂ ਬਚਿਆ ਨਹੀਂ ਜਾਣਾ। ਅਸੀਂ ਆਮ ਕਰਕੇ ਇਹ ਸਾਖੀ ਸਾਰੇ ਜਾਣਦੇ ਹਾਂ। ਜਦੋਂ ਆਪਾਂ ਗੱਲ ਕਰਦੇ ਹਾਂ ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ, ਆਪਾਂ ਆਮ ਬੋਲਦੇ ਸਾਰੇ ਪੜ੍ਹੇ ਅਨਪੜ੍ਹੇ। ਇਹਦੇ ਬਾਰੇ ਜੋ ਗ੍ਰੰਥਾਂ 'ਚ ਲਿਖਿਆ ਨਾ, ਮੂਸੇ ਜੀ ਨੂੰ ਪਤਾ ਲੱਗਾ ਵੀ ਮੇਰੀ ਮੌਤ ਹੈ, ਔਰ ਉਹ ਘੋੜੀ ਤੇ ਚੜ੍ਹ ਕੇ ਮੌਤ ਤੋਂ ਬਚਣ ਵਾਸਤੇ ਪਤਾ ਨਹੀਂ ਕਿੰਨੇ ਕੁ ਮੀਲ ਗਿਆ। ਤੇ ਜਦੋਂ ਜਾ ਕੇ ਘੋੜਾ ਵੱਧਾ ਤੇ ਅੱਗੇ ਮੌਤ ਖੜਖੜਾ ਕੇ ਹੱਸ ਪਈ। ਕਹਿਣ ਲੱਗੀ, ਮੂਸਿਆ ਬੜਾ ਚੰਗਾ ਕੀਤਾ, ਮੇਰੀ ਖੇਚਲ ਘਟ ਗਈ। ਮੈਂ ਸੋਚਦੀ ਸਾਂ ਵੀ ਇੰਨੀ ਦੂਰ ਮੂਸਾ ਤੇ ਇੱਥੇ ਕਦੋਂ ਆਵੇ ਤੇ ਕਦੋਂ ਮਾਰਾਂ, ਤੂੰ ਤਾਂ ਆਪ ਹੀ ਆ ਗਿਆ। ਇਹ ਕਹਾਵਤ ਹੈ ਸਾਡੀ। ਇਸ ਪ੍ਰਕਾਰ ਕਹਿਣ ਤੋਂ ਭਾਵ ਮੌਤ ਤੋਂ ਬਚਿਆ ਨਹੀਂ ਜਾਣਾ। ਟਾਈਮ ਆ ਗਿਆ, ਸਮਾਂ ਆ ਗਿਆ, ਤੇ ਜਿਹੜੀ ਚੀਜ਼ ਨਾਲ ਮੌਤ ਹੋਣੀ ਹੈ, ਸਾਨੂੰ ਦੁਨੀਆ ਦੀ ਕਿਸੇ ਤਾਕਤ ਨੇ ਬਚਾਉਣਾ ਨਹੀਂ। ਜਿਵੇਂ ਮੈਂ ਬੇਨਤੀ ਕੀਤੀ, ਅਸੀਂ ਸਿਕੰਦਰ ਬਾਦਸ਼ਾਹ ਦਾ ਇਤਿਹਾਸ ਪੜ੍ਹਦੇ ਹਾਂ। ਪੰਜਾਬ 'ਚ ਆਇਆ, ਪੰਜਾਬ ਦੇ ਸੂਰਮੇ ਰਾਜੇ ਪੋਰਸ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ। ਸਿਕੰਦਰ ਦੇ ਸਿਪਾਹੀ ਭੈਭੀਤ ਹੋ ਗਏ। ਰਾਜੇ ਪੋਰਸ ਨਾਲ ਉਹ ਪੱਗ ਵਟਾ ਕਰਕੇ ਆਪਣੇ ਮੁਲਕ ਨੂੰ ਮੁੜਿਆ। ਤਬੀਅਤ ਖਰਾਬ ਹੋ ਗਈ। ਆਪਣੇ ਹਕੀਮਾਂ ਨੂੰ ਕਹਿਣ ਲੱਗਾ ਵੀ ਮਿੱਤਰੋ, ਜਿਵੇਂ ਕਿਵੇਂ ਵੀ ਹੁੰਦਾ ਮਰਨਾ ਤਾਂ ਹੈ, ਪਰ ਮੈਨੂੰ ਮੇਰੇ ਜਨਮ ਭੂਮੀ ਵੱਲ ਲੈ ਚੱਲੋ। ਵੱਡਾ ਹਕੀਮ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਮੇਰੀ ਜ਼ਬਾਨ ਆਗਿਆ ਨਹੀਂ ਦਿੰਦੀ ਕਿ ਮੈਂ ਤੁਹਾਨੂੰ ਕੁਝ ਕਹਾਂ, ਲੇਕਿਨ ਸਾਡੀ ਵਿਦਿਆ ਦਿਸਦੀ ਵੀ ਅੱਜ ਸ਼ਾਮ ਤੱਕ ਤੁਹਾਡੇ ਪ੍ਰਾਣ ਪੰਖੇਰੂ ਹੋ ਜਾਣਗੇ। ਦਵਾਈ ਤਾਂ ਅਸੀਂ ਬੜੀ ਚੰਗੀ ਵਰਤੀ ਹੈ, ਪਰ ਸਾਡੀ ਹਕਮਤ ਕਹਿੰਦੀ ਵੀ ਅੱਜ ਸ਼ਾਮ ਤੋਂ ਬਾਅਦ ਤੁਹਾਡੇ ਜੀਵਨ ਦਾ ਅੰਤ ਹੋ ਜਾਏਗਾ, ਦਿਨ ਨਹੀਂ ਚੜੇਗਾ। ਬਾਦਸ਼ਾਹ ਕਹਿਣ ਲੱਗਾ ਵੀ ਮਿੱਤਰਾ, ਹੁਣ ਇੱਕ ਕੰਮ ਕਰ, ਮਰਨ ਤੋਂ ਬਾਅਦ ਤਾਂ ਗੱਲ ਹੋਣੀ ਨਹੀਂ। ਜਦੋਂ ਤੁਸੀਂ ਮੇਰਾ ਜਨਾਜ਼ਾ ਕੱਢੋ ਨਾ, ਤੇ ਮੇਰੇ ਪੈਰ ਤੇ ਮੇਰੇ ਹੱਥ ਖੱਫਣ ਤੋਂ ਬਾਹਰ ਨੰਗੇ ਰੱਖਣੇ। ਹਕੀਮ ਨੇ ਬੇਨਤੀ ਕੀਤੀ, ਬਾਦਸ਼ਾਹ ਕਾਰਨ? ਕਹਿਣ ਲੱਗਾ, ਤਾਂ ਕਿ ਮੇਰੀ ਮੌਤ ਤੋਂ ਲੋਕੀ ਕੋ ਸਿੱਖ ਸਕਣ। ਬਾਦਸ਼ਾਹ ਕੀ ਸਿੱਖਣਗੇ?
ਕਹਿਣ ਲੱਗਾ ਹਕੀਮਾ ਮੈਂ ਦੁਨੀਆ ਨੂੰ ਜਿੱਤਣ ਦਾ ਦਾਅਵਾ ਕੀਤਾ ਸੀ ਵੀ ਮੈਂ ਦੁਨੀਆ ਨੂੰ ਜਿੱਤਣਾ ਹੈ। ਮੇਰੇ ਜਨਾਜ਼ੇ ਤੋਂ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਮੈਂ ਦੁਨੀਆ ਨੂੰ ਜਿੱਤਣ ਦਾ ਦਾਅਵਾ ਕਰਨ ਵਾਲਾ ਸਿਕੰਦਰ ਦੁਨੀਆ ਤੋਂ ਨੰਗੇ ਪੈਰੀਂ ਤੇ ਖਾਲੀ ਹੱਥੀਂ ਜਾ ਰਿਹਾ ਹਾਂ। ਇਹ ਲੋਕਾਂ ਨੂੰ ਮੇਰੀ ਮੌਤ ਤੋਂ ਸਬਕ ਮਿਲ ਜਾਏ। ਆਪਾਂ ਰੋਜ਼ਾਨਾ ਹੀ ਨਿਤਨੇਮ ਦੀ ਬਾਣੀ 'ਚ ਪੜ੍ਹਦੇ ਹਾਂ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋੜ ਤਰੰਗ ਕਰੰਗ ਸਿਕੂਦਤ ਪੌਣ ਕੇ ਗੌਨ ਕੋ ਜਾਤ ਨਵਾਰੇ ਭਾਰੀ ਭਜਾਨ ਕੇ ਭੂ ਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੋ ਕਾਂ ਪੈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ। ਬੜੀਆਂ ਜਰਾਬਾਂ ਪਾ ਪਾ ਕੇ ਆਪਾਂ ਗੁਰਦੁਆਰੇ ਆਉਂਦੇ, ਮੇਰੇ ਪੈਰਾਂ ਨੂੰ ਮਿੱਟੀ ਨਾ ਲੱਗ ਜਾਏ। ਮੈਂ ਤਕਰੀਬਨ ਦੋ ਗੱਲਾਂ ਤੇ ਬੇਨਤੀ ਕਰਦਾ ਰਹਿਣਾ, ਇੱਕ ਜਰਾਬਾਂ ਦੀ ਗੱਲ ਤੇ ਇੱਕ ਮੇਜ਼ਾਂ ਤੇ ਕੁਰਸੀਆਂ ਦੀ ਗੱਲ। ਬੜੇ ਉੱਚੇ ਹੋ ਕੇ ਬਹਿੰਦੇ ਆ। ਕਈ ਬੰਦੇ ਮੈਨੂੰ ਕਹਿੰਦੇ ਨੇ ਗਿਆਨੀ ਜੀ ਕਿਆ ਕਰੋ ਗੁਰਮੁਖਾ। ਮੈਂ ਕਿਹਾ ਮੈਂ ਤਾਂ ਕਹਿਣ ਜੋਗਾ ਮੇਰੀ ਪੇਸ਼ ਨਹੀਂ ਜਾਂਦੀ, ਪਰ ਮੈਂ ਤੈਨੂੰ ਗਰੰਟੀ ਦੇਣਾ ਜਿੱਦਣ ਫੱਟੇ ਤੇ ਪਏ ਹੋਵੇਗਾ ਉਦੋਂ ਕੁਰਸੀ ਨਹੀਂ ਹੋਵੇਗੀ ਨਾਲ ਫੱਟੇ ਤੇ। ਇੰਨਾ ਕੁ ਮੈਂ ਤੈਨੂੰ ਕਹਿ ਦਿਆਂਗਾ, ਜਦੋਂ ਫੱਟੇ ਤੇ ਹੋਵੇਗਾ ਨਾ ਉੱਥੇ ਬੈਂਚ ਹੋਣਾ ਤੇ ਨਾ ਉੱਥੇ ਕੁਰਸੀ ਹੋਣੀ ਹੈ, ਉਦੋਂ ਲੱਤਾਂ ਸਿੱਧੀਆਂ ਕਰਕੇ ਲੰਮੇ ਪਵਾਂਗੇ, ਲੱਤਾਂ ਸਿੱਧੀਆਂ ਕਰਕੇ। ਮੌਤ ਨੂੰ ਚੇਤੇ ਰੱਖਿਆ ਕਰੀਏ। ਜਰਾਬਾਂ ਪਾ ਪਾ ਕੇ ਹੋਣੇ ਗਿਆਨੀ ਜੀ ਪੈਰ ਫੁੱਟੇ ਨੇ। ਭਲਿਆ ਕਿਹੜੇ ਪੈਰਾਂ ਦੇ ਫੁੱਟਣ ਦੀ ਗੱਲ ਕਰਦਾ, ਇਹ ਤਨ ਢੇਰੀ ਥੀਸੀ। ਜਿਹੜਾ ਬਹੁਤ ਵੱਡਾ ਸਰੀਰ ਹੈ ਨਾ, ਇਹਨੇ ਨਿੱਕਾ ਜਿਹਾ ਮਿੱਟੀ ਦੀ ਢੇਰੀ ਬਣ ਜਾਣਾ ਹੈ। ਗੁਰਦੁਆਰੇ ਜਰਾਬਾਂ ਪਾ ਕੇ ਨਾ ਆਇਆ ਕਰ। ਗੁਰੂ ਨਾਨਕ ਦੇ ਚਰਨਾਂ ਦੀ ਧੂੜੀ, ਗੁਰੂ ਕੇ ਸੰਗਤਾਂ ਦੀ ਚਰਨਾਂ ਦੀ ਧੂੜੀ ਗੁਰਮੁਖੋ ਰੇਖ ਵਿੱਚ ਮੇਖ ਵਾਰ ਦਿੰਦੀ ਹੈ। ਇਹ ਤਕਦੀਰ ਬਦਲ ਦਿੰਦੀ ਜੇ। ਗੁਰੂ ਦਰ ਦੀ ਚਰਨ ਧੂੜੀ ਨੂੰ ਆਪਣੇ ਮੱਥੇ ਤੇ ਲਾ ਕੇ ਵਡਭਾਗਾ ਬਣਿਆ ਕਰੋ, ਤਾਂ ਕਹਿੰਦੇ ਪੈਰਾਂ ਨੂੰ ਮਿੱਟੀ ਨਹੀਂ ਲੱਗਣ ਦੇਣੀ। ਗੁਰੂ ਨਾਨਕ ਨਿਵਾਸ ਵਿੱਚ ਨਾਗੋ ਕੇ ਨਗਰ ਦਾ ਗੁਰਮੁਖ ਪਿਆਰਾ ਮੈਂ ਦਰਸ਼ਨ ਕੀਤੇ ਨੇ। ਉਹਦਾ ਨਾਮ ਜਗਤਾਰ ਸਿੰਘ ਜੱਗਾ ਉਹਨੂੰ ਕਹਿੰਦੇ ਸਨ, ਨਾਂ ਸੀ ਜਗਤਾਰ ਸਿੰਘ ਜੱਗਾ, ਜੱਗਾ ਕਹਿੰਦੇ ਸਨ। ਭਾਣਾ ਰੱਬ ਦਾ, ਉਹਦਾ ਦਾੜਾ ਸਾਰਾ ਉਖੜ ਗਿਆ ਤੇ ਸੰਤ ਬਾਬਾ ਜਰਨੈਲ ਸਿੰਘ ਨੂੰ ਕਹਿਣ ਲੱਗਾ, ਬਾਬਾ ਜੀ ਮੈਂ ਗੁਰੂ ਕਾ ਸਿੰਘ ਅੰਮ੍ਰਿਤਧਾਰੀ ਹਾਂ, ਬਾਣੀ ਬੜੀ ਪੜ੍ਹਦਾ ਹੈ, ਤੇ ਆ ਮੇਰੇ ਨਾਲ ਕੀ ਹੋਇਆ। ਉਹ ਕਹਿਣ ਲੱਗੇ, ਭਾਈ ਜੱਗਿਆ ਗੁਰੂ ਰਾਮਦਾਸ ਦੇ ਘਰ ਵਿੱਚ ਕੋਈ ਘਾਟਾ ਨਹੀਂ। ਜੋੜੇ ਖਾਨੇ ਜਿੰਨਾ ਕੁ ਤੈਨੂੰ ਟਾਈਮ ਮਿਲਦਾ ਜੋੜੇ ਖਾਨੇ ਸੇਵਾ ਕਰਿਆ ਕਰ। ਮੁੜ ਕੇ ਉੱਥੋਂ ਦੀ ਚਰਨ ਧੂੜ ਆਪਣੇ ਦਾੜੇ ਤੇ ਲਾਵੀਂ, ਗੁਰੂ ਰਾਮਦਾਸ ਕਿਰਪਾ ਕਰੇਗਾ। ਤੇ ਗੁਰਮੁਖੋ ਇਹਨਾਂ ਅੱਖਾਂ ਦੇ ਨਾਲ ਮੈਂ ਇਹ ਘਟਨਾ ਵਾਪਰੀ, ਉਹ ਬਿਲਕੁਲ 9/9 ਹੋ ਗਿਆ। ਇਹ ਵਿੱਚੋਂ ਸੁਭਾਵਿਕ ਗੱਲ ਆਈ। ਤੋ ਇਸ ਪ੍ਰਕਾਰ ਬਾਬਾ ਕਬੀਰ ਜੀ ਨੂੰ ਕਹਿੰਦੇ, ਬਾਬਾ ਜੀ ਕਾਂਸੀ ਛੱਡ ਜਾਓ, ਮੌਤ ਤੋਂ ਬਚਾਂਗੇ। ਕਹਿੰਦੇ ਗੁਰਮੁਖੋ ਮੌਤ ਤੋਂ ਬਚਿਆ ਨਹੀਂ ਜਾਣਾ। ਜਿਹੜੀ ਮੌਤ ਦੀ ਤੁਸੀਂ ਗੱਲ ਕਰਦੇ ਹੋ ਨਾ, ਉਹਦਾ ਮੈਨੂੰ ਰੰਚਕ ਮਾਤਰ ਵੀ ਡਰ ਨਹੀਂ। ਕਿਵੇਂ ਡਰ ਨਹੀਂ? ਉਹਦਾ ਜਵਾਬ ਜਿਵੇਂ ਬਾਬਾ ਕਬੀਰ ਜੀ ਦਿੰਦੇ ਨੇ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ। ਇਹ ਗੁਰਮੁਖਾਂ ਨੇ ਗੌੜੀ ਕਬੀਰ ਜੀ ਪੜ੍ਹਿਆ। ਵਿਦਵਾਨਾਂ ਦੇ ਕਹਿਣ ਮੁਤਾਬਕ ਗੁਰਮੁਖੋ 13 ਕਿਸਮ ਦੀ ਗੌੜੀ ਹੈ, 13 ਕਿਸਮ ਦੀ। 9 ਤਰ੍ਹਾਂ ਦੀ ਪ੍ਰਗਟ ਹੈ ਤੇ 3 ਤਰ੍ਹਾਂ ਦੀ ਲੁਪਤ ਹੈ। ਇਹ ਪ੍ਰਗਟ ਤੇ ਲੁਪਤ ਤੋਂ ਭਾਵ ਆਪਾਂ ਇਸ ਰਾਗ ਵਿੱਚ ਪੜ੍ਹਦੇ ਹਾਂ ਗੌੜੀ ਗੁਆਰੇ ਰੀ, ਗੌੜੀ ਮਾਝ। ਇਹ ਕਿਸਮਾਂ ਨੇ, ਲੇਕਿਨ ਤੁਸੀਂ ਕਿਤੇ ਗੁਰਬਾਣੀ ਧਿਆਨ ਨਾਲ ਪੜ੍ਹ ਕੇ ਵੇਖਣੀ, ਕਈ ਥਾਵਾਂ ਤੇ ਗੌੜੀ ਲਿਖ ਕੇ ਤੇ ਨਿੱਕਾ ਜਿਹਾ ਬਰੀਕ ਜਿਹਾ ਅੱਖਰ ਪਿਆ ਉਹਦਾ ਇੱਕ। ਸੋ ਇਸ ਪ੍ਰਕਾਰ ਕੁੱਲ ਇਹ 13 ਤਰ੍ਹਾਂ ਦੀ ਗੌੜੀ ਹੈ। 9 ਤਰ੍ਹਾਂ ਦੀ ਪ੍ਰਗਟ ਹੈ ਤੇ ਵਿਦਵਾਨਾਂ ਦੇ ਮੁਤਾਬਕ 4 ਤਰ੍ਹਾਂ ਦੀ ਅਲੋਪ ਹੈ। ਇਸ ਗੌੜੀ ਰਾਗ ਵਿੱਚ
ਬਾਬਾ ਕਬੀਰ ਜੀ ਕਿਰਪਾ ਕਰਦੇ ਹਨ। ਜਿਹ ਮਰਨ ਸਭ ਜਗਤ ਤਰਾਸਿਆ। ਕਹਿੰਦੇ ਜਿਹੜੀ ਮੌਤ ਤੋਂ ਉਹ ਦੁਨੀਆ ਡਰੀ ਹੋਈ ਹੈ। ਗੁਰਮੁਖੋ ਜੇ ਆਪਾਂ ਹਰ ਮੌਕੇ ਸੁਚੇਤ ਰਹੀਏ ਤੇ ਸਾਨੂੰ ਪੈਰ ਪੈਰ ਤੇ ਸੁਨੇਹਾ ਮਿਲਦਾ ਵੀ ਗੁਰਮੁਖਾ ਚੱਲਣ ਦਾ ਤਿਆਰੀ ਕਰ। ਭੈਣਾਂ ਨੇ ਵੀਰ ਨੇ ਧਿਆਨ ਕਰਨਾ। ਜਦੋਂ ਵੀ ਆਪਾਂ ਨੂੰ ਧੌਲੇ ਆਉਂਦੇ ਤਾਂ ਸਭ ਤੋਂ ਪਹਿਲਾਂ ਪੁਰਪੜੀ ਦੇ ਵਾਲ ਚਿੱਟੇ ਹੁੰਦੇ ਨੇ। ਭਾਵੇਂ ਭੈਣਾਂ ਹੋਣ ਭਾਵੇਂ ਵੀਰ ਹੋਣ, ਨੋਟ ਕਰਨਾ ਪੁਰਪੜੀ ਦੇ ਵਾਲ ਚਿੱਟੇ ਹੁੰਦੇ ਤੇ ਇਹਨੂੰ ਗੁਰਬਾਣੀ ਦੂੜਾ ਕਰਕੇ ਲਿਖਿਆ ਜੇ ਦੂੜਾ। ਕਿਉਂ ਲਿਖਿਆ? ਗੁਰਬਾਣੀ ਦੀਆਂ ਪੰਕਤੀਆਂ ਦੂੜਾ ਆਇਓ ਏ ਜਮੇ ਤਣਾ। ਇਹਦੇ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਹੋਰਾਂ ਨੇ ਅਰਥ ਪੜ੍ਹਾਏ ਨੇ। ਜਿਹੜੇ ਇਹ ਪੁਰਪੜੀਆਂ ਦੇ ਕੋਲ ਧੌਲੇ ਆਉਂਦੇ ਨੇ, ਇਹ ਰੱਬ ਨੇ ਆਪਣਾ ਦੂਤ ਭੇਜਿਆ ਵੀ ਗੁਰਮੁਖਾ ਤਿਆਰੀ ਵੱਟ ਜਾਣਾ ਪਏਗਾ। ਆਪਾਂ ਜਦੋਂ ਵੀ ਗੱਲ ਕਰਦੇ ਤੇ ਕੰਨਾਂ ਨਾਲ ਸੁਣਦੇ ਆ ਨਾ, ਕੰਨਾਂ ਕੋਲ ਧੌਲੇ ਆਉਣ ਦਾ ਮਤਲਬ ਇਹ ਵੀ ਰੱਬ ਨੇ ਸਾਨੂੰ ਫੋਨ ਕੀਤਾ ਵੀ ਗੁਰਮੁਖਾ ਸੁਚੇਤ ਹੋ ਜਾ, ਸਾਵਧਾਨ ਹੋ ਜਾ, ਤੈਨੂੰ ਆਉਣਾ ਪੈਣਾ ਮੇਰੇ ਕੋਲ, ਤੈਨੂੰ ਮਰਨਾ ਪੈਣਾ। ਪਰ ਗੁਰਮੁਖੋ ਜੇ ਆਪਾਂ ਕਾਗਜ਼ ਪਾੜ ਦਈਏ ਤੇ ਗੁਰਮੁਖੋ ਸਜ਼ਾ ਤਾਂ ਨਹੀਂ ਨਾ ਟਲਣੀ। ਹੁਣ ਆਪਾਂ ਕਈ ਤਰ੍ਹਾਂ ਦੇ ਰੰਗ ਲਾਉਣੇ ਐਨ ਗਾੜਾ ਕਾਲਾ ਕਰਦੇ ਵੀ ਸ਼ਾਇਦ ਰੱਬ ਨੂੰ ਭੁਲੇਖਾ ਪੈ ਜਾਏ। ਕਿੰਨੇ ਕਾਲੇ ਕਰ ਲਈਏ ਮੌਤ ਨੇ ਨਹੀਂ ਜੇ ਟਲਣਾ। ਬੜੇ ਕਾਲੇ ਕਰਦੇ ਆ। ਮੈਨੂੰ ਆਮ ਕਰਕੇ ਕਹਿੰਦੇ ਗਿਆਨੀ ਜੀ ਮਾੜਾ ਜਿਹਾ ਬੋਲਿਆ ਕਰੋ ਵੀ ਲੋਕੀ ਕਾਲਾ ਰੰਗ ਨਾ ਲਾਉਣ। ਮੈਂ ਉਹਨਾਂ ਨੂੰ ਸਿੱਧਾ ਜਵਾਬ ਦੇਣਾ ਵੀ ਗੁਰਮੁਖੋ ਮੈਂ ਨਹੀਂ ਜੇ ਕਹਿਣਾ। ਆਖੇ ਕਿਉਂ? ਮੈਂ ਕਿਹਾ ਵੀ ਮੈਂ ਇਹ ਆਪਣੇ ਬਚਪਨ ਵਿੱਚ ਤੀਜੀ ਜਮਾਤ ਵਿੱਚ ਪੜ੍ਹਦਿਆਂ ਘਟਨਾ ਵੇਖੀ ਵੀ ਸਾਡੇ ਪਿੰਡ ਕਿਸੇ ਨੇ ਗਲਤੀ ਕੀਤੀ। ਥਾਣੇਦਾਰ ਆਇਆ, ਕਿਸੇ ਨੂੰ ਲੰਘਦਿਆਂ ਗੱਲ ਦੀ ਵੱਡੀ ਮੂਲ ਗੱਲ ਸੀ। ਥਾਣੇਦਾਰ ਤੇ ਪੰਚਾਇਤ ਨੇ ਉਸ ਨੌਜਵਾਨ ਦਾ ਮੂੰਹ ਕਾਲਾ ਕਰਕੇ ਕਹਿਣ ਲੱਗੇ 2 ਮਿੰਟ ਭੌਂਗ ਤੇ ਮੁੜ ਕੇ ਕਹਿਣ ਲੱਗੇ ਜਾ ਮੂੰਹ ਧੋ ਕੇ ਦਫਾ ਹੋ ਜਾ। ਮੇਰਾ ਤਾਇਆ ਮੈਂਬਰ ਸੀ। ਮੈਂ ਉਹਨੂੰ ਪੁੱਛਿਆ ਵੀ ਤਾਇਆ ਕੀ ਗੱਲ? ਕਹਿਣ ਲੱਗਾ ਪੁੱਤ ਇਹਨਾਂ ਗੱਲਾਂ 'ਚੋਂ ਤੂੰ ਕੀ ਲੈਣਾ, ਤੂੰ ਅਜੇ ਨਿਆਣਾ। ਮੈਂ ਕਿਹਾ ਵੀ ਦੱਸਦਾ ਸਹੀ। ਕਹਿਣ ਲੱਗਾ ਪੁੱਤ ਨੇ ਗਲਤੀ ਕੀਤੀ ਸੀ। ਮੈਂ ਹੈਰਾਨ ਹੋਣਾ ਵੀ ਉਹਨੇ ਨਿੱਕੀ ਜੀ ਗਲਤੀ ਕੀਤੀ ਤੇ ਉਹਦਾ ਮੂੰਹ ਕਾਲਾ ਹੋਇਆ। 3 ਮਿੰਟ ਬਾਅਦ ਉਹਦਾ ਮੂੰਹ ਧੋ ਦਿੱਤਾ। ਤੇ ਆਪਾਂ ਇੰਨਾ ਗਾੜਾ ਰੰਗ ਕਿਉਂ ਲਾਉਣੇ? ਆਪਾਂ ਕੀ ਏਡੀ ਵੱਡੀ ਗਲਤੀ ਕਰ ਦਿੱਤੀ ਹੈ? ਮੂੰਹ ਕਾਲਾ ਉਹਦਾ ਕਰਦੇ ਨੇ ਜਿਹਨੂੰ ਕੋਈ ਮਾੜਾ ਕੰਮ ਕਹਿੰਦੇ ਨੇ ਫਲਾਨੀ ਕਰਤੂਤ ਕੀਤੀ, ਇਹਦਾ ਮੂੰਹ ਕਾਲਾ ਕਰੋ। ਤੇ ਮੈਨੂੰ ਨਵੇਂ ਫੈਸ਼ਨ ਦੀ ਅੱਜ ਤੱਕ ਸਮਝ ਨਹੀਂ ਪਈ ਵੀ ਨਵਾਂ ਫੈਸ਼ਨ ਕਿੱਥੋਂ ਆ ਗਿਆ ਵੀ ਅਸੀਂ ਗਲਤੀ ਕੋਈ ਨਹੀਂ ਕੀਤੀ ਤੇ ਆਪਣਾ ਮੂੰਹ ਆਪ ਹੀ ਕਾਲਾ ਕਰੀ ਜਾਈਏ। ਇਸ ਕਰਕੇ ਆਪਾਂ ਨੂੰ ਇਹ ਫੱਬਦਾ ਨਹੀਂ। ਕਿਤੇ ਰਹਿਤਨਾਮੇ ਪੜੋ, ਉਹਨਾਂ ਦੇ ਵਿੱਚ ਇਹ ਆਪਣੇ ਆਪ ਨੂੰ ਰੰਗਣਾ ਗੁਨਾਹ ਲਿਖਿਆ ਹੈ। ਕਰ ਦਰੂ ਸ਼ਿਆਮ। ਗੁਰੂ ਸਾਡੇ ਤੇ ਮਿਹਰ ਕਰੇ। ਬਾਬਾ ਕਬੀਰ ਕਹਿੰਦੇ ਨੇ ਜਿਸ ਮਰਨੇ ਤੇ ਸਭ ਜਗ ਤਰਾਸਿਆ। ਜਿਹੜੀ ਮੌਤ ਤੋਂ ਇਹ ਦੁਨੀਆ ਡਰਦੀ ਹੈ, ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਕਹਿੰਦੇ ਗੁਰੂ ਦੇ ਉਪਦੇਸ਼ ਦੇ ਨਾਲ ਮੈਨੂੰ ਉਸ ਮੌਤ ਦੀ ਸਮਝ ਪੈ ਗਈ। ਸਮਝ ਕਿਵੇਂ ਪਈ? ਬਾਬਾ ਫਰੀਦ ਜੀ ਕਹਿੰਦਾ ਫਰੀਦਾ ਇੰਨੀ ਲੋਹਣੀ ਦੇਖਦਿਆਂ ਧਿਆਨ ਕਰਿਆ ਜੀ। ਬਾਬਾ ਫਰੀਦ ਜੀ, ਫਰੀਦਾ ਇੰਨੀ ਲੋਹਣੀ ਦੇਖਦਿਆਂ ਕੇਤੀ ਚੱਲ ਗਏ। ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਇਹਨਾਂ ਅੱਖਾਂ ਦੇ ਨਾਲ ਵੇਖਦਿਆਂ ਕਈ ਟੁਰ ਗਏ। ਮੈਨੂੰ ਮੰਜੀ ਸਾਹਿਬ ਤਕਰੀਬਨ ਮੈਂ 82 ਤੋਂ ਕਥਾ ਕਰਦਾ, 87 ਤੋਂ ਪੱਕੀ ਨਿਯੁਕਤੀ ਹੋ ਗਈ। ਮੈਂ ਜਦੋਂ ਇੱਥੇ ਲੱਗਾ ਨਾ ਤੇ ਅੱਜ ਉਹ ਮਤਾਵਾਂ ਤੇ ਬਜ਼ੁਰਗਾਂ 'ਚੋਂ ਮੈਨੂੰ ਇੱਕ ਬੀਬੀ ਮਿਲਦੀ ਹੈ, ਬਾਕੀ ਸਾਰੇ ਦੇ ਸਾਰੇ ਚਲੇ ਗਏ। ਮੈਨੂੰ ਉਹਨਾਂ ਨੇ ਆਸ਼ੀਰਵਾਦਾਂ ਦੇਣੀਆਂ ਵੀ ਪੁੱਤ ਤੇਰੇ ਤੇ ਗੁਰੂ ਕਿਰਪਾ ਕਰੇ। ਉਹਨਾਂ 'ਚ ਇੱਕ ਬੀਬੀ ਰਹਿ ਗਈ ਹੈ, ਨਾ ਉਹ ਬਜ਼ੁਰਗ ਦਿਸਦੇ ਤੇ ਨਾ ਉਹ ਮਤਾਵਾਂ ਲੱਭਦੀਆਂ ਨੇ। ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਰ ਗਏ ਤੇ ਅਸੀਂ ਬਾਜਾਂਗੇ। ਕਿਸੇ ਦੀ ਮੌਤ ਨੂੰ ਵੇਖ ਕੇ ਆਪਣੀ ਮੌਤ ਨੂੰ ਚੇਤੇ ਕਰਿਆ ਕਰੀਏ। ਸਾਡੇ ਸਮਾਜ ਦੇ ਵਿੱਚ ਇੱਕ ਬੜੀ ਮਸ਼ਹੂਰ ਕਹਾਵਤ ਹੈ ਵੀ ਵਿਆਹ ਦੇ ਮੌਕੇ ਤੇ ਭਾਵੇਂ ਰਹਿ ਜਾਓ ਪਰ ਗਮੀ ਦੇ ਮੌਕੇ ਤੇ ਨਾ ਰਹੋ। ਕਾਰਨ ਤਾਂ ਕਿ ਕਿਸੇ ਦੀ ਮੌਤ ਨੂੰ ਵੇਖ ਕਰਕੇ ਗੁਰਮੁਖੋ ਆਪਣੀ ਮੌਤ ਚੇਤੇ ਆ ਜਾਏ। ਤੇ ਜੇ ਮੌਤ ਚੇਤੇ ਆ ਗਈ ਨਾ
ਫਿਰ ਆਪਾਂ ਗਲਤ ਕੰਮ ਨਹੀਂ ਜੇ ਕਰਨਾ। ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਪੈ ਦੇਖਾਂ ਜੋ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਆਪਣਾ ਜਰਨੈਲ ਰੱਖਿਆ ਸੀ, ਉਹਨੂੰ ਪੁੱਤਰਾਂ ਵਾਂਗੂ ਪਾਲਿਆ। ਬਹੁਤ ਲੰਬੀ ਚੌੜੀ ਸਾਖੀ ਵਿੱਚੋਂ ਟੂ ਦੀ ਪੁਆਇੰਟ ਲਵਾਂ। ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ, ਪੀਰ ਜੀ ਮੈਨੂੰ ਵਿਕਾਰ ਬੜੇ ਤੰਗ ਕਰਦੇ ਹਨ। ਇਹ ਜਿਹੜੀਆਂ ਸਾਖੀਆਂ ਨੇ ਨਾ, ਇਹਨਾਂ ਦੇ ਨਾਲ ਆਪਣੇ ਆਪਣੇ ਜੀਵਨ ਨੂੰ ਮਾਪਿਆ ਕਰੋ ਤੇ ਸਾਨੂੰ ਪਤਾ ਚੱਲੇਗਾ ਸਾਡੇ ਅੰਦਰ ਵੀ ਇਹੋ ਕਮੀਆਂ ਨੇ। ਕਹਿਣ ਲੱਗਾ ਜੀ ਵਿਕਾਰ ਬੜੇ ਤੰਗ ਕਰਦੇ ਨੇ। ਹਜ਼ੂਰ ਕਹਿਣ ਲੱਗੇ, ਪੈਂਦਿਆ ਇਹਨਾਂ ਭਾਈ ਆਪਣਾ ਕੰਮ ਕਰਨਾ ਤੇ 7 ਦਿਨਾਂ 'ਚ ਤੇਰੀ ਮੌਤ ਹੈ, ਭਲਾ ਕਿੰਨੇ ਕੁ ਤੰਗ ਕਰ ਲੈਣਗੇ। ਕਰ ਗਿਆ। ਬੇਗਮ ਪਾਣੀ ਲੈ ਕੇ ਆਈ ਤੇ ਕਹਿਣ ਲੱਗਾ, ਭਲੀਏ ਲੋਕ ਕਿ ਮੈਂ ਪਾਣੀ ਨਹੀਂ ਪੀਣਾ। ਇੱਕ ਮੈਂ ਤੈਨੂੰ ਹੋਰ ਕਹਿ ਦਿਆਂ, ਮੈਂ ਰੋਟੀ ਨਹੀਂ ਖਾਣੀ। ਪੀਰ ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਕਦੇ ਬਚਨ ਖਾਲੀ ਨਹੀਂ ਗਿਆ ਤੇ ਮੈਨੂੰ ਨਾ ਆਗਿਆ ਪੈਂਦਿਆ 7 ਦਿਨਾਂ 'ਚ ਮੌਤ ਹੈ ਤੇ ਜਦੋਂ ਮਾਈ ਜਾਣਾ ਅੰਨ ਗੰਦਾ ਕਾਹਨੂੰ ਕਰਾਂ। ਪਾਣੀ ਦੀ ਘੁੱਟ ਲੰਘਦੀ ਨਹੀਂ। 9 ਦਿਨ ਲੰਘ ਗਏ। ਅੱਜ ਪੈਂਦਾ ਨਹਾਤਾ, ਸਾਫ ਸੁਥਰੇ ਕੱਪੜੇ ਪਾਏ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਆਇਆ ਤੇ ਨਿੰਮੋ ਝੂਣਾ ਹੋ ਕੇ ਪਿਛਾਂ ਬੈਠਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪੈਂਦਿਆ ਕੀ ਹਾਲ ਹੈ ਭਾਈ। ਕਹਿਣ ਲੱਗਾ, ਪੀਰ ਜੀ ਤੁਸੀਂ ਆ ਵੀ ਬੜੀ ਕਿਰਪਾ ਕੀਤੀ, ਬੁਲਾ ਲਿਆ ਤੇ ਮੇਰੇ ਮਨ ਵਿੱਚ ਸ਼ੰਕਾ ਜਿਹਾ ਆ ਗਿਆ। ਤੁਹਾਡਾ ਬਚਨ ਤਾਂ ਕਦੇ ਖਾਲੀ ਨਹੀਂ ਗਿਆ ਤੇ ਤੁਸੀਂ ਮੈਨੂੰ ਕਿਹਾ ਸੀ ਵੀ ਤੇਰੇ 7 ਦਿਨਾਂ 'ਚ ਮੌਤ ਹੈ ਤੇ ਮਹਾਰਾਜ ਅੱਜ 9 ਦਿਨ ਹੋ ਗਏ, ਮੈਂ 9 ਪਰ 9 ਆ। ਹਜ਼ੂਰ ਹੱਸ ਕੇ ਕਹਿਣ ਲੱਗੇ, ਪੈਂਦਿਆ ਤੇਰੀ ਸਮਝ ਵਿੱਚ ਫਰਕ ਹੈ। ਜਿਹੜੀ ਗੱਲ ਕਹੀ ਸੀ ਉਹ ਸੱਚੀ ਅੱਜ ਵੀ ਹੈ। ਆਪਾਂ ਪੰਜਾਬੀ 'ਚ ਗਿਣਤੀ ਕਰ ਲਈਏ, ਆਪਾਂ ਅੰਗਰੇਜ਼ੀ ਵਿੱਚ ਗਿਣਤੀ ਕਰ ਲਈਏ ਤੇ ਗੁਰਮੁਖੋ ਦਿਨ 7 ਹੀ ਨੇ, ਜਿਹਨੂੰ ਆਪਾਂ ਹਫ਼ਤਾ ਕਹਿੰਦੇ ਆ। ਸੋਮਵਾਰ ਤੋਂ ਆਰੰਭ ਕਰਦੇ ਹੋ ਐਤਵਾਰ ਤੱਕ। ਅੰਗਰੇਜ਼ੀ ਵਿੱਚ ਆਪਾਂ ਸੰਡੇ ਤੋਂ ਆਰੰਭ ਕਰ ਦਈਏ ਸੈਚਰਡੇ ਤੱਕ। ਦਿਨ 7 ਨੇ, ਮਰਨਾ 7 ਵਿੱਚ ਹੈ। ਲੇਕਿਨ ਆਪਾਂ ਨੂੰ ਪਰੇਸ਼ਾਨ ਵਿਕਾਰ ਤਾਂ ਕਰਦੇ ਵੀ ਆਪਾਂ ਨੂੰ ਮੌਤ ਭੁੱਲ ਗਈ। ਤੋ ਬਾਬਾ ਕਬੀਰ ਜੀ ਕਹਿੰਦੇ ਨੇ, ਜਿਹੜੀ ਮੌਤ ਤੋਂ ਲੋਕੀ ਡਰਦੇ ਨੇ, ਆਪਾਂ ਪੜ੍ਹਦੇ ਹਾਂ ਜਦੋਂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਨਾ, ਤੇ ਸਾਨੂੰ ਮੌਤ ਦਾ ਭੌ ਲੈਣ ਵਾਸਤੇ 4 ਪਾਸੇ 4 ਸ਼ਬਦ ਲਿਖੇ ਸਨ। ਕਿਹੜੇ ਕਿਹੜੇ? ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਾਂ ਤਲੀ ਗੜੀ ਮੇਰੀ ਆਓ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਮਹਾਤਮਾ ਜਨ ਵਿਅੰਗਮਨੇ ਬ੍ਰਗਤ ਨੇ ਭਾਦੋਂ ਦਾ ਮਹੀਨਾ ਦੇ ਤੁਰੇ ਜਾ ਰਹੇ ਨੇ, ਕਣੀਆਂ ਲੈ ਪੀਆਂ। ਅੱਗੇ ਰਜਵਾੜੇ ਹੁੰਦੇ ਸਨ, ਨਿੱਕੀਆਂ ਨਿੱਕੀਆਂ ਰਿਆਸਤਾਂ ਦੇ ਮਾਲਕ। ਦਰਵਾਜ਼ਾ ਖੁੱਲ੍ਹਾ ਤੇ ਚੌਂਕੀਦਾਰ ਸਾਹਮਣੇ ਪਹਿਰੇਦਾਰ ਖਲੋਤਾ ਤੇ ਕਹਿਣ ਲੱਗੇ, ਮਿੱਤਰਾ ਕਾਕਾ ਤੈਨੂੰ ਕਿੰਨਾ ਕੁ ਚਿਰ ਹੋ ਗਿਆ? ਸਰਾਂ ਬੜੀ ਪੁਰਾਣੀ ਹੈ, ਬਹੁਤ ਪੁਰਾਣੀ ਸਰਾਂ ਹੈ। ਉਹ ਰਾਜਾ ਪਰਾਂ ਬੈਠਾ ਸੀ, ਉਹਨੇ ਪਹਿਰੇਦਾਰ ਨੂੰ ਬੁਲਾ ਕੇ ਆਖਿਆ, ਬਾਬਾ ਕੀ ਕਹਿੰਦਾ? ਕਹਿੰਦਾ ਜੀ ਇਹ ਕਹਿੰਦਾ ਸਰਾਂ ਹੈ। ਕਹਿੰਦਾ ਬੁਲਾ ਕੇ ਲਿਆ। ਕਹਿਣ ਲੱਗਾ, ਬਾਬੇ ਉਹ ਸੋਹਣਾ ਜਿਹਾ ਹਰ ਗੱਲ ਵਿਚਾਰ ਕੇ ਕਿਹਾ ਕਰੋ, ਇਹ ਮੂੰਹ ਪਾਟੀ ਗੱਲ ਨਹੀਂ ਕਹਿ ਦੀ ਜੀ। ਇਹ ਸਰਾਂ ਨਹੀਂ ਮੇਰੇ ਮਹਿਲ ਨੇ, ਮੈਂ ਰਾਜਾ ਹਾਂ। ਤੁਸੀਂ ਸਰਾਂ ਕਿਵੇਂ ਕਹਿ ਦਿੱਤਾ? ਮਹਾਤਮਾ ਅਡੋਲ ਨੇ ਕਹਿਣ ਲੱਗੇ, ਰਾਜਨ ਗੁੱਸਾ ਕਰ ਗਿਆ ਤੂੰ, ਮੈਨੂੰ ਤਾਂ ਹੁਣ ਵੀ ਸਰਾਂ ਜਾਪਦੀ ਹੈ। ਮੈਂ 13-14 ਸਾਲਾਂ ਦਾ ਸਮੇਂ ਆਪਣੇ ਗੁਰੂ ਨਾਲ ਅੱਗੇ ਦੀ ਲੰਘਿਆ ਤੇ ਇੱਥੇ ਇੱਕ ਬਜ਼ੁਰਗ ਬੈਠਾ ਸੀ। ਉਹਦੇ ਤੋਂ ਬਾਅਦ 40 ਸਾਲ ਦੀ ਉਮਰ ਮੇਰੀ ਸੀ। ਮੈਨੂੰ ਕੁਦਰਤੀ ਤੌਰ ਤੇ ਲੰਘਣਾ ਪਿਆ ਤੇ ਹੋਰ ਬੰਦਾ ਬੈਠਾ ਸੀ ਤੇ ਹੁਣ ਤੂੰ ਬੈਠਾ ਹੈ। ਉਹ ਕਹਿੰਦਾ, ਬਾਬਾ ਜੀ ਭੋਲੇ ਹੋ। ਕਹਿਣ ਲੱਗਾ, ਕਿਉਂ? ਕਹਿੰਦਾ ਜੀ ਪਹਿਲਾਂ ਮੇਰਾ ਦਾਦਾ ਸੀ,
ਮੁੜ ਕੇ ਮੇਰਾ ਬਾਪ ਸੀ 40 ਸਾਲ ਪਹਿਲਾਂ, ਹੁਣ ਮੈਂ ਬੈਠਾ ਤੇ ਮਹਾਤਮਾ ਕਹਿਣ ਲੱਗ, ਗੁਰਮੁਖਾ ਅਜੇ ਵੀ ਕੋਈ ਸ਼ੰਕਾ ਰਹਿ ਗਿਆ ਤੈਨੂੰ? ਸਰਾਂ ਨਹੀਂ ਤੇ ਹੋਰ ਕੀ। ਸਰਾਂ ਵਿੱਚ ਮੁਸਾਫਰ ਬਦਲਦੇ ਰਹਿੰਦੇ ਨੇ। ਦਾਦਾ ਤੁਰ ਗਿਆ, ਬਾਪ ਤੁਰ ਗਿਆ, ਤੇ ਮਿੱਤਰਾ ਤੂੰ ਵੀ ਮੁਸਾਫਰ ਹੈ, ਤੈਨੂੰ ਵੀ ਜਾਣਾ ਪਏਗਾ। ਤੇ ਆਪਾਂ ਤਾਂ ਪਕੜ ਕਰਦੇ ਆ, ਜਿਨ੍ਹਾਂ ਨੇ ਆਪਣੇ ਆਪ ਨੂੰ ਮੁਸਾਫਰ ਸਮਝਿਆ ਨਾ, ਮੁਸਾਫਰ, ਉਹਨਾਂ ਨੂੰ ਮੌਤ ਦਾ ਡਰ ਨਹੀਂ। ਜੇ ਕਿਸੇ ਗੁਰਮੁਖ ਮੇਰੀ ਭੈਣ ਜਾਂ ਭਰਾ ਨੇ ਪੜ੍ਹਨਾ ਹੋਵੇ ਨਾ, ਤੇ ਸੰਤ ਬਾਬਾ ਕਿਰਪਾਲ ਸਿੰਘ ਹੋਰਾਂ ਨੇ ਜਿਹੜਾ ਸੁਖਮਨੀ ਸਾਹਿਬ ਦਾ ਟੀਕਾ ਕੀਤਾ ਹੈ, ਉਹਦੇ 'ਚ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਲਿਖਿਆ। ਬਾਬਾ ਕਿਰਪਾਲ ਸਿੰਘ ਜੀ ਹੋਰਾਂ ਨੇ, ਇੱਕ ਨਿਹੰਗ ਸਿੰਘ ਕਿਸੇ ਵੱਡੇ ਤਖਤ ਤੇ ਚੜ੍ਹਿਆ, ਸਿੱਖਿਆ ਦੇਣ ਲਈ ਉਹਨਾਂ ਨੇ ਦ੍ਰਿਸ਼ਟਾਂਤ ਕੋਲੋਂ ਕੜਿਆ। ਕਈ ਸਾਖੀਆਂ ਹੁੰਦੀਆਂ ਤੇ ਕਈ ਦ੍ਰਿਸ਼ਟਾਂਤ ਹੁੰਦੇ ਨੇ। ਬੜਾ ਬਲੀ ਸਰੀਰ ਦਾ ਸੀ, ਉਹ ਰਗੜਾ ਲਾਉਂਦੇ ਨੇ ਗੁਰਮੁਖ ਪਿਆਰੇ, ਤੇ ਨਿੱਕੀ ਜੀ ਕੁੰਡੀ ਤੇ ਮਗਰ ਡੰਡਾ ਉਹਨੇ ਵੱਜਿਆ ਤੇ ਤਾਂ ਚੜੀ ਜਾਵੇ। ਕਿਸੇ ਨੇ ਆਖਿਆ, ਫੌਜੋ ਭਲਿਓ ਦਰਖਤ ਤੇ ਚੜ੍ਹਨ ਲੱਗੇ ਹੋ ਅੰਬ ਲਾਉਣ, ਤੇ ਡੰਡਾ ਕੁੰਡਾ ਥੱਲੇ ਰੱਖ ਜਾਣਾ ਸੀ, ਭਾਰ ਡਬਲ। ਮੈਂ ਵਾਰ-ਵਾਰ ਰਿਪੀਟ ਕਰ ਰਿਹਾ, ਇਹ ਸਾਖੀ ਨਹੀਂ, ਦ੍ਰਿਸ਼ਟਾਂਤ ਹੈ ਸਮਝਾਉਣ ਲਈ। ਨਿਹੰਗ ਸਿੰਘ ਹੋਰਾਂ ਦ੍ਰਿਸ਼ਟਾਂਤ ਆਵਾਜ਼ ਮਾਰ ਕੇ ਕਹਿਣ ਲੱਗੇ, ਗੁਰਮੁਖਾ ਜੇ ਧਰਮਰਾਜ ਦਾ ਸੱਦਾ ਆ ਗਿਆ ਤੇ ਮੁੜ ਕੇ ਮੈਂ ਥੱਲਿਓਂ ਡੰਡਾ ਤੇ ਕੁੰਡਾ ਲੈਣ ਆਵਾਂਗਾ? ਮੈਂ ਤਾਂ ਹੀ ਤਿਆਰ ਹਾਂ, ਮੈਂ ਤਾਂ ਹੀ ਤਿਆਰ ਹਾਂ ਵੀ ਮੈਨੂੰ ਥੱਲੇ ਨਾ ਉਤਰਨਾ ਪਏ, ਭਾਵੇਂ ਤਾਂ ਲੈ ਜੇ, ਅਸੀਂ ਉਦੋਂ ਵੀ ਤਿਆਰ ਹਾਂ। ਕਹਿਣ ਦਾ ਭਾਵ ਕਿ ਇਹੋ ਜਿਹੇ ਲੋਕਾਂ ਨੇ ਮੌਤ ਦੀ ਪਰਵਾਹ ਨਹੀਂ ਉਹਨਾਂ ਨੂੰ। ਇਸ ਕਰਕੇ ਬਾਬਾ ਜੀ ਕਹਿੰਦੇ ਨੇ, ਜਿਹੜੀ ਮੌਤ ਤੋਂ ਜਗਤ ਡਰਦਾ ਨਾ, ਗੁਰੂ ਦੇ ਉਪਦੇਸ਼ ਕਰਕੇ, ਗੁਰੂ ਦਾ ਚਾਨਣ ਮੇਰੇ ਅੰਦਰ ਹੋਣ ਕਰਕੇ ਮੇਰੇ ਅੰਦਰ ਮੌਤ ਦਾ ਡਰ ਨਹੀਂ। ਭਾਈ ਪੂਰਨ ਸਿੰਘ ਲਿਖਦੇ ਨੇ, ਆਪਣੀ ਕੌਮ ਦੇ ਵਿਦਵਾਨ, ਇਹ ਨੌਜਵਾਨ ਪੰਜਾਬ ਦੇ ਮਰਨ ਥੀ ਨਹੀਂ ਡਰਦੇ। ਭਾਈ ਪੂਰਨ ਸਿੰਘ ਜੀ, ਇਹ ਨੌਜਵਾਨ ਪੰਜਾਬ ਦੇ ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਪਰ ਟੈ ਨਾ ਮੰਨਣ ਕਿਸੇ ਦੀ। ਕਿਉਂ? ਇੱਥੇ ਸਾਡੇ ਗੁਰੂ ਨੇ ਸਾਨੂੰ ਮੌਤ ਦਾ ਨਿਰਭੈ ਕਰ ਦਿੱਤਾ। ਸਿੱਖਾ ਜੇ ਮੇਰੇ ਕੋਲ ਆਉਣਾ ਨਾ, ਪਹਿਲਾਂ ਸਿਰ ਤਲੀ ਤੇ ਰੱਖ ਕੇ ਆ ਜਾਓ ਤੋਂ ਪ੍ਰੇਮ। ਜਿਹੜੇ ਅੱਜ ਕੱਲ੍ਹ ਆਪਾਂ ਪੜ੍ਹਦੇ ਅਖਬਾਰਾਂ 'ਚ ਵੀ ਫਲਾਣਾ ਕਿਹੜੇ ਵਿੱਚ ਜਿੱਤ ਗਿਆ, ਫਲਾਣਾ ਬਾਸਕਟਬਾਲ ਵਿੱਚ ਜਿੱਤ ਗਿਆ। ਬਾਬੇ ਨਾਨਕ ਦੇ ਘਰ ਪ੍ਰੇਮ ਦੀ ਖੇਡ ਹੈ। ਇੱਥੇ ਗੇਂਦ ਨਹੀਂ ਚੱਲਦੇ, ਇੱਥੇ ਸਿਰ ਚੱਲਦੇ ਨੇ, ਸਿਰ। ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰਨ ਨਾ ਕੀਜੇ। ਇਹ ਨਹੀਂ ਵੀ ਸਿਰ ਦੇ ਕੇ ਮਾਣ ਕਰੇ। ਆਪਾਂ ਨੂੰ ਤਾਂ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਕਰਨਾ ਹੀ ਨਹੀਂ ਚਾਹੀਦਾ। ਆਪਾਂ ਪਰਿਕਰਮਾ ਕਰਦੇ ਆ ਨਾ, ਇੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਰੱਖ ਕੇ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਖਿਆ ਸੀ, ਪਾਤਸ਼ਾਹ ਮੇਰਾ ਮੁਝ ਮੈਂ ਕਿਛ ਨਹੀਂ। ਆਪਾਂ ਤਾਂ 50 ਦਾ ਨੋਟ ਪਾ ਕੇ ਨੇ ਜੀ, ਮੇਰਾ ਗਿਆਨੀ ਜੀ, ਮੈਂ ਜਦੋਂ ਮੱਥਾ ਟੇਕਦਾ 50 ਤੋਂ ਘੱਟ ਟੇਕਦਾ ਹੀ ਨਹੀਂ। ਬੜਾ ਤੂੰ ਗੁਰੂ ਨੂੰ ਦਾਨ ਦੇ ਰਿਹਾ। ਸਿੱਖਿਆ ਲੈ ਉਸ ਮਹਾਂਪੁਰਸ਼ ਕੋਲੋਂ। ਗੁਰੂ ਰਾਮਦਾਸ ਦੀਆਂ ਪ੍ਰਕਰਮਾਂ ਵਿੱਚ ਸੀਸ ਰੱਖ ਕੇ ਹੱਥ ਜੋੜ ਕੇ ਬਾਬਾ ਦੀਪ ਸਿੰਘ ਨੇ ਆਖਿਆ ਸੀ, ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਮੈਂ ਤੇਰਾ ਬਖਸ਼ਿਆ ਸਿਰ ਤੈਨੂੰ ਦਿੱਤਾ ਤੇ ਮੈਂ ਕੀ ਦੇਣ ਜੋਗਾ। ਇਸ ਕਰਕੇ ਆਪਾਂ ਕਹਿੰਦੇ ਬਾਬਾ ਦੀਪ ਸਿੰਘ ਸ਼੍ਰੋਮਣੀ ਸ਼ਹੀਦ, ਸਿਰ ਦੇ ਕੇ ਵੀ ਕਾਂਡ ਨਹੀਂ ਕੀਤੀ। ਸਿਰ ਦੀਜੈ ਕਾਂਡ ਨਾ ਕਰੀਜੈ। ਆਪਾਂ ਨੂੰ ਕੋਈ ਬੰਦਾ ਕਹਿ ਸਕਦਾ ਵੀ ਗਿਆਨੀ ਜੀ ਆੜੀ ਪੰਕਤੀ ਪੜ੍ਹੀ ਕਿਤੇ ਪ੍ਰੈਕਟੀਕਲ ਤੌਰ ਤੇ ਹੋਈ ਹੈ, ਤੇ ਉਹਨੂੰ ਕਹਿ ਦਿਓ ਵੀ ਗੁਰਮੁਖਾ ਤੂੰ ਪ੍ਰੈਕਟੀਕਲ ਵੇਖਣਾ। ਤੇ ਬਾਬੇ ਦੀਪ ਸਿੰਘ ਦੀ ਜੀਵਨ ਦੀ ਘਟਨਾ ਨਾ, ਉਹ ਇਸ ਪੰਕਤੀ ਦੀ ਵਿਆਖਿਆ ਕਰਦੀ। ਉਹ ਥਿਊਰੀ ਹੈ, ਇਹ ਪ੍ਰੈਕਟੀਕਲ ਹੈ। ਗੁਰੂ ਦੇ ਉਪਦੇਸ਼ ਦੇ ਦੁਆਰਾ ਮੇਰੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ। ਗੁਰੂ ਦੇ ਉਪਦੇਸ਼ ਨੇ ਮੇਰੇ ਅੰਦਰ ਚਾਨਣ ਕਰ ਦਿੱਤਾ। ਅੰਤ ਤਉ ਮਰਨਾ। ਉਮਰ ਕਿੰਨੀ ਵੀ ਲੰਮੀ ਹੋਵੇ, ਪਰ ਆਖਰਕਾਰ ਤਾਂ ਅੰਤ ਆਵੇਗਾ, ਆਵੇਗਾ। ਕਿਰਪਾ ਕਰਦੇ ਹਨ। ਅਬ ਕੈਸੇ ਮਰੋ ਮਰਨ ਮਨ ਮਾਨਿਆ। ਹੁਣ ਕਹਿੰਦੇ ਕਿਵੇਂ ਮਰਨਾ?
ਮੈਂ ਆਪਣੇ ਮਨ ਵਿੱਚ ਮੰਨ ਲਿਆ ਵੀ ਆਖਰਕਾਰ ਮਰਨਾ ਮਰਨਾ, ਇਹ ਸਰੀਰ ਤਿਆਗਣਾ ਤਿਆਗਣਾ ਹੈ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਹਿੰਦੇ ਕਈ ਪਹਿਲਾਂ ਮਰੇ ਹੋਏ ਨੇ ਜਿਨ੍ਹਾਂ ਰੱਬ ਨੂੰ ਨਹੀਂ ਜਾਣਿਆ। ਜਦੋਂ ਮੌਤ ਦਾ ਨਾਂ ਲਈਦਾ ਤੇ ਕੱਚੀਆਂ ਤਰੇੜੀਆਂ ਆਉਂਦੀਆਂ ਨੇ ਵੀ ਮੈਂ ਮਰਨਾ। ਬਾਬਾ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਰੱਬ ਨੂੰ ਨਹੀਂ ਨਾ ਸਮਝਿਆ, ਮੌਤ ਤੋਂ ਉਹ ਡਰਦੇ ਹਨ, ਉਹ ਭੈ ਭੀਤ ਹਨ। ਰਹਾਉ ਮਰਨੋ ਮਰਨ ਕਹੈ ਸਭ ਕੋਈ। ਕਹਿੰਦੇ ਜਿੱਥੇ ਵੀ ਜਾਣੇ ਮਰਨ ਦੀਆਂ ਗੱਲਾਂ ਕਰਦੇ, ਫਲਾਨਾ ਮਰ ਗਿਆ। ਲੋਕਾਂ ਨੂੰ ਮਰਨ ਦੀ ਗੱਲ ਕਰਕੇ ਗੁਰਮੁਖੋ ਕਿਤੇ ਆਪਣੀ ਮੌਤ ਵੀ ਚੇਤੇ ਰੱਖ। ਬਾਬਾ ਜੀ ਕਹਿੰਦੇ ਨੇ ਵੀ ਸਾਰੀ ਦੁਨੀਆ ਫਲਾਨਾ ਮਰ ਗਿਆ, ਫਲਾਨਾ ਕਮਜ਼ੋਰ, ਉਹਨੇ ਢਿੱਲਾ ਪਿਆ, ਉਹਨੇ ਮਰ ਜਾਣਾ, ਇਹ ਸਾਰੀਆਂ ਗੱਲਾਂ ਕਰਦੇ ਹਨ। ਸਹਜੇ ਮਰੈ ਅਮਰ ਹੋਏ ਸੋਈ। ਉਹ ਗੁਰਮੁਖ ਪਿਆਰਾ ਜਿਹਦਾ ਮਨ ਅਡੋਲ ਹੋ ਗਿਆ ਨਾ, ਸਹਿਜ ਦਾ ਅਰਥ ਹੁੰਦਾ, ਤਿੰਨ ਅਰਥ ਕੀਤੇ ਨੇ ਵਿਦਵਾਨਾਂ ਨੇ ਸਹਿਜ ਦੇ, ਸ਼ਾਂਤੀ, ਗਿਆਨ ਤੇ ਮਨ ਦੀ ਅਡੋਲਤਾ। ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਨਾ, ਉਹ ਅਮਰ ਹੋ ਗਏ, ਅਮਰ ਹੋ ਗਏ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢੀਆਂ ਗਈਆਂ, ਸਰੀਰ ਦੇ ਵਿੱਚ ਮਾਸ ਖਿੱਚ ਕੇ ਨੋਚ ਨੂੰ ਕੱਢਿਆ ਗਿਆ, ਲੇਕਿਨ ਮੱਥੇ ਤੇ ਤਿਉੜੀ ਨਹੀਂ ਪਾਈ। ਕਹਿੰਦੇ ਬਾਬਾ ਬੰਦਾ ਸਿਆਂ ਤੈਨੂੰ ਦਰਦ ਨਹੀਂ ਹੁੰਦੀ? ਕਹਿਣ ਲੱਗਾ ਤੁਸੀਂ ਜਿਹੜੇ ਸਰੀਰ ਦੀ ਗੱਲ ਕਰਦੇ, ਮੇਰੇ ਗੁਰੂ ਨੇ ਮੈਨੂੰ ਇਹ ਤੋਂ ਪਾਸੇ ਕਰ ਦਿੱਤਾ ਹੈ। ਤੁਸੀਂ ਭਾਂਡੇ ਨਾਲ ਜੁੜੇ ਜੇ, ਮੈਂ ਸਰੀਰ ਨਹੀਂ। ਇਹ ਗੱਲ ਕਿੱਥੋਂ ਮਿਲੀ? ਗੁਰੂ ਕੋਲੋਂ। ਸਹਿਜੇ ਮਰੇ ਅਮਰ ਹੋਏ ਸੋਈ। ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਉਹ ਅਮਰ ਹੋ ਗਏ। ਕਹੋ ਕਬੀਰ ਮਨ ਭਇਆ ਆਨੰਦਾ। ਬਾਬਾ ਕਬੀਰ ਜੀ ਕਹਿੰਦੇ ਮੇਰਾ ਮਨ ਬਾਗੋ ਬਾਗ ਹੈ, ਖੁਸ਼ ਹੈ। ਆਨੰਦਾ ਭਾਵ ਹੁੰਦਾ ਖੁਸ਼ੀ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਆਨੰਦ ਆਨੰਦ ਸਭ ਕੋ ਕਹੇ, ਛੇਵੀਂ ਪੌੜੀ ਸਤਵੀਂ ਸ਼ਾਇਦ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਸਾਰੇ ਆਨੰਦ ਆਨੰਦ ਦੀਆਂ ਗੱਲਾਂ ਕਰਦੇ ਨੇ, ਪਰ ਜੇ ਇਹ ਸਿੱਖਣਾ ਤੇ ਗੁਰੂ ਕੋਲੋਂ ਸਿੱਖ। ਨਾਵੇਂ ਪਾਤਸ਼ਾਹ ਦਾ ਸੀਸ ਆਇਆ ਤੇ ਗੁਰੂ ਗੋਬਿੰਦ ਸਿੰਘ ਭੈ ਭੀਤ ਨਹੀਂ ਹੋਏ। ਬਾਬਾ ਅਟਲ ਰਾਏ ਨੇ 9 ਸਾਲ ਦੀ ਉਮਰ ਸਰੀਰ ਛੱਡਿਆ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਨੇਤਰਾਂ ਵਿੱਚ ਜਲ ਨਹੀਂ ਜੇ ਆਇਆ। ਆਪਣਾ ਤਾਂ ਪੁੱਤਰ 2 ਘੰਟੇ ਲੇਟ ਹੋ ਜੇ, ਸਾਡਾ ਫੋਨ ਨਾ ਮਿਲੇ ਤੇ ਕੱਚੀਆਂ ਤਰੇੜੀਆਂ ਆਉਂਦੀਆਂ ਨੇ, ਮਨ ਅਪਰਾਮ ਹੋ ਜਾਂਦਾ ਹੈ। ਪਰ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਰੰਚਕ ਮਾਤਰ ਵੀ ਪਏ ਨਹੀਂ। ਕਹੋ ਕਬੀਰ ਮਨ ਭਇਆ ਆਨੰਦਾ। ਬਾਬਾ ਕਬੀਰ ਜੀ ਕਹਿੰਦੇ ਇਹ ਕਹੇ ਮੇਰੇ ਮਨ ਵਿੱਚ ਆਨੰਦ ਹੈ, ਖੁਸ਼ੀ ਹੈ। ਗਿਆ ਭਰਮ ਰਹਿਆ ਪਰਮਾਨੰਦਾ। ਜਿਹੜੇ ਕਹਿੰਦੇ ਵਹਿਮ ਭੁਲੇਖੇ ਪਏ ਸਨ ਉਹ ਦੂਰ ਹੋ ਗਏ, ਹੁਣ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ। ਇੱਥੇ ਮਨ ਵਿੱਚ ਸ਼ੰਕਾ ਜਿਹਾ ਆ ਜਾਂਦਾ ਵੀ ਆਨੰਦ ਦੀਆਂ ਵੀ ਕਿਸਮਾਂ ਨਹੀਂ ਹੈ, ਪਰਮ ਆਨੰਦ ਤੋਂ ਭਾਵ ਵੱਡਾ ਆਨੰਦ। ਇਹਦੀ ਵਿਆਖਿਆ ਗੁਰਮੁਖੋ ਵਿਦਵਾਨਾਂ ਨੇ ਕੀਤੀ, ਵਿਸ਼ਾ ਆਨੰਦ ਸੰਸਾਰ ਹੈ। ਜਿਹੜਾ ਆਪਾਂ ਸੰਸਾਰੀ ਲੋਕ ਆ ਨਾ, ਆਪਾਂ ਵਿਸ਼ਿਆਂ ਵਿੱਚ ਆਨੰਦਿਤ ਹਾਂ। ਉੱਥੇ ਖਾਣ ਨੂੰ ਆਹ ਮਿਲਿਆ, ਉੱਥੇ ਪੀਣ ਨੂੰ ਆਹ ਮਿਲਿਆ, ਸੌਣ ਦਾ ਅਰੇਂਜਮੈਂਟ ਹੋ ਗਿਆ। ਵਿਸ਼ਾ ਆਨੰਦ ਸੰਸਾਰ ਹੈ। ਭਜਨਾ ਆਨੰਦ ਹਰਦਾਸ, ਜਿਵੇਂ ਹਰੀ ਦੇ ਪਿਆਰੇ ਨੇ ਕਹਿੰਦੇ ਜਿਵੇਂ 5 ਸਾਲਾਂ ਤੋਂ ਬਾਅਦ ਕੁਦਰਤੀ ਤੌਰ ਤੇ ਆਏ, ਮੇਰੀ ਮਜਬੂਰੀਆਂ ਸਨ, ਪਰ ਗਿਆਨੀ ਜੀ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਤੇ ਆਨੰਦ ਆ ਗਿਆ। ਇਹਨੂੰ ਕਹਿੰਦੇ ਭਜਨਾ ਆਨੰਦ ਹਰਦਾਸ, ਬ੍ਰਹਮਾ ਆਨੰਦ, ਜੀਵਨ ਮੁਕਤ। ਜਿਹੜੇ ਪ੍ਰਮਾਤਮਾ ਦੇ ਵਿੱਚ ਜੁੜ ਗਏ ਨੇ ਨਾ, ਉਹ ਜਿਉਂਦੇ ਮੁਕਤ ਨੇ, ਮਰਿਆਂ ਤੋਂ ਬਾਅਦ ਨਹੀਂ। ਬਾਣੀ ਚ ਆਪਾਂ ਪੜ੍ਹਦੇ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਬਾਬਾ ਮੁਕਤੀ ਦੀ ਗੱਲ ਕਰਨਾ, ਮਰਿਆਂ ਤੋਂ ਬਾਅਦ ਮੁਕਤੀ ਕਿਹੜੇ ਵੇਖੀ ਹੈ? ਜੇ ਮੁਕਤ ਕਰਨਾ ਤੇ ਹੁਣੇ ਕਰ। ਪਰ ਇਹ ਜਾਚ ਮਿਲੇਗੀ ਕਿੱਥੋਂ? ਗੁਰੂ ਕੋਲੋਂ। ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ। ਹੁਣ ਦੱਖਣੀ ਓਂਕਾਰ ਵਿੱਚ ਜਿਹੜੀ 22ਵੀਂ ਪੌੜੀ ਹੈ ਉਹ ਆਪ ਸਰਵਣ ਕਰੋ ਜੀ। ਗੁਰਮੁਖ ਗਾਵੇ ਗੁਰਮੁਖ ਬੋਲੇ। ਜਿਹੜਾ ਆਮ ਗੁਰੂ ਕਾ ਲਾਲ ਹੈ ਨਾ,
ਉਹ ਗੁਰੂ ਦੇ ਸਨਮੁਖ ਹੋ ਕੇ ਜੋ ਗੁਰੂ ਬਣਾਉਂਦਾ ਉਹ ਬੋਲਦਾ ਹੈ। ਜਿਹੜਾ ਗੁਰੂ ਦਾ ਸਿਧਾਂਤ ਉਹ ਗੁਰਮੁਖ ਪਿਆਰਾ ਗਾਉਂਦਾ ਹੈ। ਇੱਕ ਨਿੱਕਾ ਜਿਹਾ ਨੁਕਤਾ, ਗੁਰੂ ਕੀ ਬਾਣੀ ਵਿੱਚ ਗਾਵੇ ਸ਼ਬਦ ਬੜਾ ਆਉਂਦਾ ਹੈ। ਗਾਵੇ ਸ਼ਬਦ ਇਹ ਕਿਉਂ ਆਉਂਦਾ ਹੈ? ਇਹਦਾ ਜਵਾਬ ਸਾਡੇ ਕਵੀ ਵੀਰ ਦਿੰਦੇ ਨੇ। ਉਹ ਕਹਿੰਦੇ ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਵਾਂ ਦੇ ਬਾਜ ਨਹੀਂ ਰੋਏ ਜਾਂਦੇ, ਦਰਦਾਂ ਬਾਜਨਾ ਸੀਨੇ ਵਿੱਚ ਛੇਕ ਹੁੰਦੇ ਤੇ ਛੇਕਾਂ ਬਾਜਨਾ ਮੋਤੀ ਪਰੋਏ ਜਾਂਦੇ। ਜਿਹੜਾ ਆਪਾਂ ਨੂੰ ਵਾਰ-ਵਾਰ ਦੱਸਦਾ ਨਾ ਗਾਵਿਆ, ਇਹਦਾ ਭਾਵ ਹੈ ਕਿ ਬਾਣੀ ਸਾਨੂੰ ਡੰਨ ਨਹੀਂ। ਬੜਾ ਦੁੱਖ ਹੁੰਦਾ ਮਨ ਨੂੰ। ਅਸੀਂ ਆਮ ਕਰਦੇ ਦਵਾ ਦਮ ਨਿਗਾਹ ਮਾਰੀ ਤੇ ਬਾਣੀ ਨਿਬੇੜਨ ਦੀ ਗੱਲ ਕਰਦੇ। ਗੁਰਮੁਖੋ ਬਾਣੀ ਦਾ ਰਸ ਲਿਆ ਕਰੋ, ਆਨੰਦ ਲਿਆ ਕਰੋ। ਵੀ ਮੈਂ ਆ ਪੌੜੀ ਪੜ੍ਹੀ ਤੇ ਇਹਦੇ ਅਰਥ ਕੀਤੇ, ਆਪਾਂ ਤਾਂ ਮਿੰਟ ਲਾਉਨੇ 3 ਤੇ ਗਿਆਨੀ ਜੀ ਨਿਬੇੜ ਲਿਆ ਜੇ ਜਾਪ ਸਾਹਿਬ। ਜਾਪ ਸਾਹਿਬ ਨਾਲ ਨਿਬੇੜ, ਆਪਣੇ ਪਾਪਾਂ ਦੇ ਗੁਨਾਹ ਨੂੰ ਨਿਬੇੜ। ਬਾਣੀ ਥੋੜੀ ਪੜੋ, ਬਾਣੀ ਬਹੁਤੀ ਪੜੋ, ਇਹ ਤੁਹਾਡੀ ਆਪਣੀ ਵਿਚਾਰ ਚੋਣ, ਪਰ ਬਾਣੀ ਦਾ ਰਸ ਲਿਆ ਕਰੋ। ਇਹ ਬਾਣੀ ਕਹਿੰਦੀ ਕੀ ਹੈ? ਸੁਣਿਆ ਸਤ ਸੰਤੋਖ ਗਿਆਨ। ਇੱਕੇ ਪੰਕਤੀ 'ਚ ਕਿੱਡੀ ਮਹਾਨ ਗੱਲ ਕਹੀ ਹੈ ਗੁਰਮੁਖਾ। ਸਤ ਨੂੰ ਸੁਣਾ। ਆਪਾਂ ਤਾਂ ਸੁਣਦੇ ਲੋਕਾਂ ਦੀ ਨਿੰਦਿਆ, ਆਪਾਂ ਤਾਂ ਸੁਣਦੇ ਲੋਕਾਂ ਦੀ ਚੁਗਲੀ। ਜੇ ਗੁਰਮੁਖ ਮਿਲਦਾ ਨਾ ਉਹਨੂੰ ਕਹੋ ਵੀ ਕੋਈ ਸਾਨੂੰ ਗੁਰੂ ਘਰ ਦੀ ਗੱਲ ਸੁਣਾ, ਤੇ ਆਪਾਂ ਤਾਂ ਮੈਲ ਲਈ ਜਾਂਦੇ ਸਾਰਾ ਦਿਨ। ਆ ਪਰਸੋਂ ਚੌਥ ਦੀ ਗੱਲ, ਇੱਥੇ ਕੋਈ 4-5 ਬੰਦੇ ਗੱਲਾਂ ਕਰਨ ਤੇ ਮੈਂ ਕਿਹਾ ਗੁਰਮੁਖੋ ਆਪਾਂ ਮੈਲ ਚੱਟਣ ਲਈ ਇੱਥੇ ਆਇਆ। ਐਨ ਮਸਤ ਹੋਏ ਪਏ ਨਿੰਦਿਆ ਚੁਗਲੀ 'ਚ। ਗੁਰਦੁਆਰੇ ਜਦੋਂ ਆਉਂਦੇ ਹੁੰਦੇ ਨਾ, ਉਪਰਾਲਾ ਕਰਿਆ ਕਰੋ ਇਕੱਲੇ ਰਹਿਣ ਦਾ, ਵੀ ਗੁਰੂ ਕੇ ਰਾਗੀ ਸਿੰਘ ਕੀ ਸ਼ਬਦ ਪੜ੍ਹਦੇ ਨੇ ਕਿਤੇ ਸਾਡੇ ਅੰਦਰ ਵਾਜੇ। ਅੱਜ ਵਾਰ-ਵਾਰ ਗੁਰਮੁਖਾ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ ਸੀ, ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਤੇ ਆਪਾਂ ਤਾਂ ਕਹਿੰਦੇ ਗਿਆਨੀ ਜੀ ਪਤਾ ਨਹੀਂ ਚੱਲਿਆ ਕੀ ਪੜ੍ਹਦੇ ਸਨ। ਇਸ ਕਰਕੇ ਨਿਮਰਤਾ ਸਹਿਤ ਬੇਨਤੀ ਕਰਾਂ, ਜਿੰਨੀ ਵੀ ਬਾਣੀ ਪੜ੍ਹੋ ਉਹਨੂੰ ਸੁਣੋ, ਉਹਨੂੰ ਵਿਚਾਰੋ ਤੇ ਉਹਦੇ ਤੇ ਚੱਲਣ ਦਾ ਯਤਨ ਕਰੋ। ਸੁਣਿਆ ਸਤ, ਇਹਦਾ ਅਰਥ ਕੀ ਹੈ? ਨਿੰਦਿਆ ਝੂਠ ਨਾ ਸੁਣ, ਸਤ ਸੁਣ। ਇੱਕ ਹੋਰ ਖਿਆਲ, ਜਿਵੇਂ ਆਪਾਂ ਅੰਗਰੇਜ਼ੀ ਕਹਿੰਦੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇਲਾਜ ਨਾਲੋਂ ਪਰਹੇਜ਼ ਚੰਗਾ। ਇਲਾਜ ਕਿਹੜਾ? ਸਤ ਨੂੰ ਸੁਣਨਾ। ਸੰਤੋਖ ਪਰਹੇਜ਼ ਕਿਹੜਾ ਹੈ? ਸੰਤੋਖ ਦੇ ਸਹਿਤ ਬਾਣੀ ਪੜ। ਆਪਾਂ ਤਾਂ ਕਹਿੰਦੇ ਇੰਨੇ ਸ਼ਬਦ ਪੜ੍ਹੇ ਤੇ ਆਹ ਮਿਲਣਾ, ਮੈਨੂੰ ਆਹ ਨਹੀਂ ਮਿਲਿਆ। ਨਾ, ਉਹਨੂੰ ਬੜਾ ਫਿਕਰ ਹੈ, ਗੁਰਮੁਖਾ ਦੇਗਾ ਤੈਨੂੰ। ਸਤ ਸੁਣ, ਸੰਤੋਖ ਦੇ ਸਹਿਤ ਸੁਣ, ਆਟੋਮੈਟਿਕਲੀ ਤੈਨੂੰ ਗਿਆਨ ਮਿਲ ਜਾਏਗਾ। ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦਾ, ਮੈਂ ਨਹੀਂ ਜੀ ਕਹਿੰਦਾ, ਸਤਿਗੁਰੂ ਪਾਤਸ਼ਾਹ ਦਾ ਹੁਕਮ ਹੈ। ਸਤ ਸੁਣ, ਸੰਤੋਖ ਨਾਲ ਸੁਣ, ਤੈਨੂੰ ਆਤਮ ਗਿਆਨ ਮਿਲ ਜਾਏਗਾ। ਇਸ ਕਰਕੇ ਇੱਥੇ ਬਾਬਾ ਕਬੀਰ ਜੀ ਕਹਿੰਦੇ ਨੇ, ਭਾਈ ਜਿਹੜੇ ਗੁਰੂ ਕੇ ਪਿਆਰੇ ਨੇ ਨਾ, ਉਹ ਗੁਰੂ ਦੇ ਸਨਮੁਖ ਹੋ ਕਰਕੇ ਖੁਸ਼ ਹੋ ਕਰਕੇ ਗੁਰੂ ਦੀ ਵਡਿਆਈ ਗਾਉਂਦੇ ਨੇ, ਬੋਲਦੇ ਹਨ। ਗੁਰਮੁਖ ਤੋਲ ਤੁਲਾਵੇ ਤੋਲੇ। ਫਿਰ ਬਚਣਾ, ਆ ਕੰਮ ਮਾੜਾ ਤੇ ਆ ਚੰਗਾ, ਚੰਗੇ ਨੂੰ ਗ੍ਰਹਿਣ ਕਰ। ਇਹਨੂੰ ਕਹਿੰਦੇ, ਵਿਦਾਂਤ ਵਾਲੇ ਕਹਿੰਦੇ ਨੇ ਵਤਰੇਕ ਬੁੱਧੀ, ਅੰਗਰੇਜ਼ੀ ਵਿੱਚ ਕਹਿੰਦੇ ਨੇ ਐਨਾਲਿਸਿਸ ਕਰਨਾ। ਇਹ ਵੇਖ ਵੀ ਆਹ ਕੰਮ ਘਾਟੇ ਵਾਲਾ ਤੇ ਆ ਨਾ ਕਰਾਂ, ਤੇ ਆਹ ਕੰਮ ਚੰਗਾ ਤੇ ਕਰਾਂ। ਗੁਰੂ ਦੇ ਸਨਮੁਖ ਹੋ ਕਰਕੇ ਉਹ ਗੁਰਮੁਖ ਵਿਚਾਰ ਦੇ ਨਾਲ ਤੋਲਦੇ ਨੇ, ਮਨ ਤੇ ਬੁੱਧ ਰੂਪੀ ਵੱਟੇ ਨਾਲ। ਗੁਰਮੁਖ ਆਵੇ ਜਾਏ ਨਿਸੰਗ। ਕਿਉਂ ਕਹਿੰਦੇ? ਗੁਰੂ ਦੇ ਸਨਮੁਖ ਜਿਹੜੇ ਨੇ ਨਾ, ਉਹਨਾਂ ਨੂੰ ਰੰਚਕ ਮਾਤਰ ਭਉ ਨਹੀਂ। ਉਹ ਭਾਣੇ ਵਿੱਚ ਜਾਂਦੇ ਤੇ ਭਾਣੇ ਵਿੱਚ ਆ ਜਾਂਦੇ ਹਨ। ਪਰ ਆਪਾਂ ਤਾਂ ਗੁਰੂ ਦੇ ਸਨਮੁਖ ਨਹੀਂ ਹੁੰਦੇ। ਜਿੱਥੇ ਆਪਾਂ ਬੈਠੇ ਆ ਨਾ, ਮੈਂ ਇਤਿਹਾਸ ਵਿੱਚ ਪੜ੍ਹਿਆ, ਇੱਥੇ ਇੱਕ ਪੰਡਤ ਕਥਾ ਕਰੇ ਤੇ ਆਪਾਂ ਸਾਰੇ ਸੁਣਦੇ ਤੇ ਗਿਣਦੇ ਨੇ, ਵਿਚਾਰਦੇ ਨੇ ਵੀ ਕਥਾ ਕਰਦਿਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਸ ਕਥਾਵਾਚਕ ਵੀਰ ਨੇ, ਪੰਡਤ ਨੇ ਇਹ ਕਿਹਾ ਵੀ ਜਿਹੜੀ ਜੀਵ ਆਤਮਾ ਨਾ, ਇਹ 360 ਦਿਨਾਂ ਵਿੱਚ ਪ੍ਰਲੋਕ ਤੱਕ ਪਹੁੰਚਦੀ ਹੈ। ਇਹ ਗੜ ਪੁਰਾਣ 'ਚ ਲਿਖਿਆ ਹੋਇਆ ਜੇ। 4 ਸਿੱਖਾਂ ਦੇ ਨਾਵਾਂ ਦਾ ਵੇਰਵਾ ਲਿਖਿਆ, ਭਾਈ ਸੁੰਦਰ, ਭਾਈ ਮਈਆ, ਭਾਈ ਨਿਹਾਲਾ, ਭਾਈ ਲਾਲਾ।
ਜਦੋਂ ਉਸ ਵਿਦਵਾਨ ਕਥਾਵਾਚਕ ਨੇ ਗੱਲ ਕਹੀ, ਜਿਹੜਾ ਸੁੰਦਰ ਸੀ ਉਹਨੇ ਨਈਏ ਦੇ ਮੋਢੇ ਤੇ ਮਈਏ ਦੇ ਮੋਢੇ ਤੇ ਹੱਥ ਮਾਰ ਕੇ ਆਖਿਆ, ਕਥਾਵਾਚਕ ਗੱਪਾਂ ਵੜਦਾ, ਗੱਪਾਂ। ਹੁਣ ਗੱਲਾਂ ਜੋ ਕਾਂਤ ਹੋਵੇ ਤੇ ਬੰਦਾ ਬੋਲੇ ਤੇ ਆਪਣੇ ਬਲੱਡ ਹੋਣੇ ਵੀ ਗੱਲਾਂ ਕੋ ਕਰਦੇ ਨੇ। ਉਹ ਸੁੰਦਰ ਕਹਿਣ ਲੱਗਾ, ਕਥਾਵਾਚਕ ਝੂਠ ਲੈ ਕੇ ਆਇਆ ਹੀ, ਗੁਰੂ ਕਿਰਪਾ ਕਰੇ। ਇਹ ਕਹਿੰਦਾ ਨਾ ਵੀ ਜੀਵ ਆਤਮਾ 8 ਪੈਰਾਂ ਵਿੱਚ ਜਾਂਦੀ ਹੈ, ਗੁਰੂ ਕਿਰਪਾ ਕਰੇ ਤੇ ਮੈਂ 8 ਪੈਰਾਂ ਵਿੱਚ ਆ ਜਾ ਸਕਦਾ ਹਾਂ। ਇਹ ਤੁਸੀਂ ਕਿਸੇ ਗੁਰਮੁਖ ਨੇ ਪੜ੍ਹਨਾ ਹੋਵੇ ਨਾ ਤੇ 6ਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਤੁਸੀਂ ਇਹ ਸਾਖੀ ਪੜ੍ਹ ਲੈਣੀ, ਗੁਰੂ ਬਲਾਸ ਪਾਤਸ਼ਾਹੀ 6ਵੀਂ। ਸੁੰਦਰ ਨੇ ਗੱਲ ਕਹੀ ਤੇ ਮਈਆ ਉਹਦਾ ਪਿਆਰਾ ਮਿੱਤਰ ਸੀ, ਕਹਿਣ ਲੱਗਾ, ਬੱਲਿਆ ਮਿੱਤਰਾ, 8 ਪੈਰ ਕਿੰਨੇ ਵੇਖੇ ਨੇ, ਗੁਰੂ ਕਿਰਪਾ ਕਰੇ ਮੈਂ 1 ਪੈਰ ਵਿੱਚ ਆ ਜਾ ਸਕਦਾ ਹਾਂ। ਕੋਲੋਂ ਲਾਲਾ ਬੋਲਿਆ, ਕਹਿਣ ਲੱਗਾ, ਕਿਹੜੇ ਪੈਰਾਂ ਦੀ ਗੱਲ ਕਰਦੇ ਹੋ? ਗੁਰੂ ਮੇਰੇ ਤੇ ਮਿਹਰ ਕਰੇ ਮੈਂ ਇਹ ਘੜੀ ਦੇ ਵਿੱਚ ਆ ਜਾ ਸਕਦਾ। ਘੜੀ ਦਾ ਭਾਵ ਹੁੰਦਾ 24 ਮਿੰਟ ਅੱਜ ਕੱਲ ਦੀ ਘੜੀ ਮੁਤਾਬਕ। ਸਾਰਿਆਂ ਤੋਂ ਵੱਧ ਨਿਹਾਲਾ ਬੋਲਿਆ, ਕਹਿਣ ਲੱਗਾ, ਨਾ ਘੜੀ ਦੀ ਗੱਲ ਜੇ ਨਾ ਪੈਰਾਂ ਦੀ ਗੱਲ ਜੇ, ਗੁਰੂ ਕਿਰਪਾ ਕਰੇ ਤੇ ਮੈਂ ਅੱਖ ਦੀ ਪਲਕ ਵਿੱਚ ਆ ਜਾ ਸਕਦਾ ਹਾਂ। ਉਹ ਗੱਲਾਂ 'ਚ ਮਸਤ ਹੋ ਗਏ ਤੇ ਪੰਡਤ ਨੇ ਇੱਕਦਮ ਪੂਥੀ ਸੰਕੋਚੀ ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਜੀ ਸਿੱਖਾਂ ਨੇ ਮੇਰੀ ਬੇਇੱਜ਼ਤੀ ਬੜੀ ਕੀਤੀ ਤੇ ਮੈਂ ਕਥਾ ਨਹੀਂ ਜੀ ਕਰਨੀ। ਤੁਸੀਂ ਮੈਨੂੰ ਕਹਿੰਦੇ ਕਥਾ ਕਰਿਆ ਕਰ। ਇਹ ਗੱਲਾਂ ਕਰਦੇ ਸੀ ਉੱਚੀ ਉੱਚੀ। ਗੁਰਦੇਵ ਕਹਿਣ ਲੱਗੇ ਵੀ ਭਾਈ ਮਈਆ ਗੱਲ ਕੀ ਹੋਈ? ਉਹਨਾਂ ਨੇ ਦੱਸ ਦਿੱਤੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਥਾਵਾਚਕਾ ਪੰਡਤਾ ਹੈ ਤਾਂ ਤੈਨੂੰ ਔਖਾ ਲੱਗਣਾ, ਕਿਉਂਕਿ ਸਾਡਾ ਸੁਭਾਅ ਨਾ ਵੀ ਚਾਹ ਅਸੀਂ ਪੀਣੀ ਤੇ ਮੁੜ ਕੇ ਬਾਟੀ ਸੁੱਟਦੇ ਨੇ ਮਾਂਜੇ ਕੋ ਹੋਰ। ਤੇ ਆਪਾਂ ਕਰਦੇ ਆ ਨਾ ਵੀ ਚਾਹ ਮੈਂ ਪੀਵਾਂ ਤੇ ਬਾਂਡਣ ਕੋ ਹੋਰ। ਆਪਾਂ ਤਾਂ ਇੱਥੋਂ ਤੱਕ ਚਲੇ ਗਏ ਵੀ ਗੁਰੂ ਕੇ ਲੰਗਰ ਚੋਂ ਚਾਹ ਦੀ ਬਾਟੀ ਭਰ ਕੇ ਮੰਜੀ ਸਾਹਿਬ ਦੇ ਸਾਹਮਣੇ ਲਿਆ ਕੇ ਪੀਨੇ ਤੇ ਬਾਟੀ ਰੱਖਦੇ ਨੇ ਵੀ ਬਾਟੀ ਕੋ ਹੋਰ ਚੁੱਕੇ। ਆਪਾਂ ਤਾਂ ਇਹਨੇ ਸੇਵਾਦਾਰ ਹਾਂ। ਗੁਰਦੇਵ ਕਹਿੰਦੇ, ਕਥਾਵਾਚਕਾ ਗੱਲ ਔਖੀ ਹੈ ਮਿੱਤਰਾ, ਪਰ ਇਉਂ ਕਰ, ਤੂੰ 2 ਮਹੀਨੇ ਲੰਗਰ ਭਾਂਡੇ ਮਾਂਜ। ਕਹਿਣ ਲੱਗਾ, ਜੀ 7 ਵਜਨ। 2 ਮਹੀਨਿਆਂ ਤੋਂ ਬਾਅਦ ਗੁਰਦੇਵ ਆਏ ਤੇ ਕਹਿਣ ਲੱਗੇ, ਪੰਡਤ ਜੀ ਕਿਵੇਂ ਹੈ? ਕਹਿੰਦਾ, ਜੀ ਹੁਣ ਗੁਰੂ ਮੇਰੇ ਤੇ ਕਿਰਪਾ ਕਰੇ। ਜਿਹੜੇ ਸਿੱਖ ਕਹਿੰਦੇ ਸਨ ਉਹ ਬਿਲਕੁਲ ਸੱਚ ਹੈ। ਲੋੜ ਤਾਂ ਗੁਰੂ ਦੀ ਕਿਰਪਾ ਦੀ ਹੈ ਨਾ। ਗੁਰੂ ਮਿਹਰ ਕਰੇ ਤੇ ਬੜਾ ਕੁਝ ਹੁਕਦਾ ਸਕਦਾ, ਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ। ਗੁਰਦੇਵ ਕਹਿਣ ਲੱਗੇ, ਪੰਡਤ ਜੀ ਤੁਸੀਂ ਗੁੱਸਾ ਕਰ ਗਏ। ਇਹਨਾਂ ਚੌਹਾਂ ਨੇ ਇੱਕੋ ਲਫ਼ਜ਼ ਕਿਹਾ ਸੀ ਵੀ ਜੇ ਗੁਰੂ ਕਿਰਪਾ ਕਰੇ ਤੇ 8 ਪੈਰਾਂ ਵਿੱਚ ਜਾਵਾਂਗਾ, ਗੁਰੂ ਕਿਰਪਾ ਕਰੇ ਮੈਂ ਪੈਰ ਵਿੱਚ ਜਾਵਾਂਗਾ। ਇਹਨਾਂ ਨੇ ਗੁਰੂ ਦੀ ਕਿਰਪਾ ਨੂੰ ਪਹਿਲ ਦਿੱਤੀ। ਆਪਾਂ ਤਾਂ ਆਪਣੀ ਸਿਆਣਪ ਨੂੰ ਪਹਿਲ ਦੇਣੇ। ਮੈਂ ਇੰਨੇ ਪਾਠ ਕੀਤੇ ਤੇ ਆਹ ਹੋਣਾ ਚਾਹੀਦਾ। ਅਸੀਂ ਪਾਠ ਕਰਨਾ, ਕਿਰਪਾ ਉਹਨੇ ਕਰਨੀ ਹੈ। ਅਸੀਂ ਸੇਵਾ ਕਰਨੀ, ਕਿਰਪਾ ਉਹਨੇ ਕਰਨੀ ਹੈ। ਅਸੀਂ ਆਪਣੀ ਡਿਊਟੀ ਨਿਭਾਈਏ ਤੇ ਰੱਬ ਨਾਲ ਠੇਕਾ ਨਾ ਕਰੀਏ। ਮੈਂ ਤਕਰੀਬਨ ਹਰ ਰੋਜ਼ ਹੀ ਕਹਿਣਾ, ਲੇਖੇ ਕਤੇ ਨਾ ਛੁੱਟ ਗਏ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੇ ਲੇਖਾ ਕੀਤਾ ਤੇ ਪਾਠ ਦੇ ਨਾਲੋਂ ਸਾਡੇ ਪਾਪ ਵੱਧ ਜਾਣੇ ਜੇ, ਪਾਠ ਨਾਲੋਂ ਪਾਪ ਵੱਧ ਜਾਣੇ ਜੇ। ਇੱਕੋ ਇੱਕ ਅਰਦਾਸ ਕਰਿਆ ਕਰੋ, ਜੇ ਭੁੱਲੀ ਜੇ ਚੁੱਕੀ ਸਾਈਂ ਭੀ ਧਿੰਜੀ ਕਾਂਢੀਆ, ਜਿਨ੍ਹਾਂ ਨਿਹੁ ਦੁਜਾਣੇ ਲੱਗਾ ਝੂਰ ਮਰੋਂ ਸੇ ਵਾਂਢੀਆ, ਹਉ ਨਾ ਛੋੜੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ। ਮੈਂ ਹੁਣੇ ਹੀ ਗੁਰੂ ਰਾਮਦਾਸ ਪਾਤਸ਼ਾਹ ਦਰ ਤੇ ਅਰਦਾਸ ਕਰਕੇ ਆਇਆ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਮੈਂ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕੀਤੀ, ਪਾਤਸ਼ਾਹ ਤੇ ਪੈਰ ਪੈਰ ਤੇ ਗਲਤੀਆਂ ਕਰਦੇ ਆ, ਤੂੰ ਸਾਨੂੰ ਬਖਸ਼ ਦੇ। ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਅਸੀਂ ਤਾਂ ਗਲਤੀਆਂ ਕਰਦੇ ਨਹੀਂ ਨੇ, ਸਾਡਾ ਸੁਭਾਅ ਬਣ ਗਿਆ, ਪਰ ਤੂੰ ਕਿਰਪਾ ਕਰੀ ਸਾਨੂੰ ਬਖਸ਼ ਦੇ। ਇਸ ਪ੍ਰਕਾਰ ਜਿਹੜੇ ਗੁਰਮੁਖ ਨੇ ਨਿਸ਼ੰਕ ਹੋ ਕਰਕੇ ਸੰਸਾਰ ਚ ਆਉਂਦੇ ਨੇ ਜਾਂਦੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ। ਪਰ ਹਰ ਮੈਲ ਜਲਾਏ ਕਲੰਕ, ਜਿਹੜੀ ਆ ਕਈ ਤਰ੍ਹਾਂ ਦੀ ਮੈਲ ਹੈ ਨਾ, ਇਹਨੂੰ ਜਲਾਉਣਾ ਕਰ। ਆਪਾਂ ਪੜ੍ਹਦੇ ਹਾਂ ਮੂਤ ਪਲੀਤੀ, ਇਹ ਮੈਲ ਲੱਥੇ ਕਿਵੇਂ? ਮੂਤ ਪਲੀਤੀ ਕੱਪੜ ਹੋਏ, ਦੇ ਸਮੂਨ ਲਈਏ ਉਹ ਧੋਏ, ਭਰ ਗਏ ਮਤ ਪਾਪਾਂ ਕੇ ਸੰਗ ਉਹ ਧੋਪੈ
ਨਾਵੇਂ ਕੇ ਰੰਗ। ਜਿਵੇਂ ਸਾਬਣ ਦੇ ਨਾਲ ਕੱਪੜੇ ਦੀ ਮੈਲ ਲਾਉਂਦੇ ਆ ਨਾ, ਇਸੇ ਤਰ੍ਹਾਂ ਗੁਰਮੁਖਾ ਨਾਮ ਦੇ ਨਾਲ ਜਿਹੜੀ ਇਹ ਮੈਲ ਹੈ ਇਹਨੂੰ ਲਾਉਣ ਦਾ ਯਤਨ ਕਰ, ਇਹ ਕਲੰਕ ਖਤਮ ਕਰਨਾ ਕਰ। ਗੁਰਮੁਖ ਨਾਦ ਵੇਦ ਵਿਚਾਰ। ਕਹਿੰਦੇ ਉਹ ਨਾਦ ਦਾ ਭਾਵ ਹੁੰਦਾ ਬੋਲਣਾ, ਵੇਦ ਦਾ ਭਾਵ ਹੈ ਗਿਆਨ। ਉਹ ਗੁਰਮੁਖ ਪਿਆਰੇ ਵਿਚਾਰ ਕਰਕੇ ਬੋਲ ਕਰਕੇ ਜਿਹੜਾ ਗੁਰੂ ਦਾ ਸਿਧਾਂਤ ਉਹਦਾ ਨਿਰਣਾ ਕਰਦੇ ਹਨ, ਅਥਵਾ ਉੱਚੀ ਉੱਚੀ ਬੋਲ ਕੇ ਵੇਦਾਂ ਦੀ ਵਿਚਾਰ ਕਰਕੇ, ਅਥਵਾ ਗਿਆਨ ਦੇ ਦੁਆਰਾ ਉਹ ਪਰਮਾਤਮਾ ਸਾਡੇ ਅੰਦਰ ਹੈ ਇਸ ਗੱਲ ਨੂੰ ਸਮਝਦੇ ਨੇ। ਅਪਰੰਤ ਗੁਰਮੁਖ ਮਜਨ ਚੱਜ ਆਚਾਰ। ਆਪਾਂ ਨੂੰ ਇਸ਼ਨਾਨ ਦੀ ਹਦਾਇਤ ਹੈ, ਪਰ ਨਾਲ ਆਖਿਆ ਇਸ਼ਨਾਨ ਕਿਸ ਤਰ੍ਹਾਂ ਦਾ ਕੀਤਾ ਜਾਏ। ਆਪਾਂ ਤਾਂ ਇਹੋ ਆਖਾਂਗੇ ਨੇ ਵੀ ਮੈਂ 5 ਸਰੋਵਰ 'ਚ ਅੱਜ ਇਸ਼ਨਾਨ ਕਰ ਲਿਆ, ਭਾਈ ਸਾਹਿਬ ਭੜ ਕੇ ਫੇਰ ਕਰਨਾ ਹੈ। ਗੁਰਦੇਵ ਕਹਿੰਦੇ ਅਸਲੀ ਇਸ਼ਨਾਨ ਕਿਹੜਾ ਹੈ? ਚੱਜ ਦਾ ਭਾਵਨ ਦਾ ਢੰਗ ਤਰੀਕਾ। ਤੈਨੂੰ ਰੋਟੀ ਖਾਣ ਦਾ ਚੱਜ ਨਹੀਂ, ਐਵੇਂ ਕੱਪੜੇ ਲਪੇੜੀ ਜਾਣਾ। ਤੈਨੂੰ ਬੋਲਣ ਦਾ ਚੱਜ ਨਹੀਂ, ਚੱਜ ਦਾ ਪਾਵਨ ਤਰੀਕਾ। ਪੰਜਾਬੀ 'ਚ ਲਫ਼ਜ਼ਾਂ ਪਾਮ ਬੋਲਦੇ ਚੱਜ। ਚੱਜ ਅੱਗੇ ਲਿਖਿਆ ਚੱਜ ਆਚਾਰ। ਆਚਾਰ ਦਾ ਭਾਵ ਕਰੈਕਟਰ, ਇਖਲਾਕ। ਜਿਹੜਾ ਤੇਰਾ ਅਖਲਾਕ ਉੱਚਾ ਹੋਣਾ ਨਾ ਗੁਰਮੁਖਾ, ਇਹ ਅਸਲੀ ਇਸ਼ਨਾਨ ਹੈ। ਇਹਦਾ ਮਤਲਬ ਬੀਬੀਆਂ ਬੈਠੀਆਂ ਨੇ, ਪਰ ਇਸ ਤਰ੍ਹਾਂ ਵੇਖ, ਜਿਹੜੀ ਪਿੱਛੇ ਬੈਠੀ ਉਹ ਮੇਰੀ ਧੀ ਵਰਗੀ, ਜਿਹੜੀ ਅੱਗੇ ਬੈਠੀ ਬਿਲਕੁਲ ਮੇਰੀ ਭੈਣ ਵਰਗੀ ਹੈ। ਬੀਬੀਏ ਜੇ ਤੂੰ ਵੇ ਨਹੀਂ ਹੈ ਤੇ ਤੂੰ ਕਿਹੜਾ ਅਗਲੇ ਪਾਸੇ ਬੈਠਾ, ਇਹਦੀ ਸ਼ਕਲ ਬਿਲਕੁਲ ਮੇਰੇ ਦਾਦੇ ਨਾਲ ਮਿਲਦੀ ਹੈ। ਜਿਹੜਾ ਪਿੱਛੇ ਬੈਠਾ ਮੇਰੇ ਭਤੀਜੇ ਵਰਗਾ ਹੈ। ਇਹਨੂੰ ਕਹਿੰਦੇ ਜੇ ਆਚਾਰ ਭਾਵ ਕਰੈਕਟਰ, ਜਿਹਨੂੰ ਅੰਗਰੇਜ਼ ਲੋਕ ਕਹਿੰਦੇ ਵੈਲਥ ਇਜ਼ ਲੋਸਟ, ਨਥਿੰਗ ਇਜ਼ ਲੋਸਟ, ਹੈਲਥ ਇਜ਼ ਲੋਸਟ, ਸਮਥਿੰਗ ਇਜ਼ ਲੋਸਟ, ਬਟ ਕਰੈਕਟਰ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਜੇ ਕਰੈਕਟਰ ਚਲਾ ਗਿਆ ਨਾ, ਤੇਰੇ ਪੱਲੇ ਕੱਖ ਵੀ ਨਹੀਂ। ਮੈਨੂੰ ਗੁਰਸਿੱਖ ਦਾ ਨਾਂ ਭੁੱਲ ਗਿਆ। 10ਵੇਂ ਪਾਤਸ਼ਾਹ ਦੇ ਸਮੇਂ ਇੱਕ ਸਿੰਘ ਨੂੰ ਜੰਗ ਦੇ ਵਿੱਚ ਮੁਸਲਮਾਨ ਚੁੱਕ ਕੇ ਲੈ ਗਏ। ਇਹ ਤੁਸੀਂ ਗੁਰੂ ਪ੍ਰਤਾਪ ਤੇ ਭਾਈ ਵੀਰ ਸਿੰਘ ਦੀ ਲਿਖਤ ਪੜ੍ਹ ਸਕਦੇ। ਮੈਨੂੰ ਸਿੱਖ ਦਾ ਨਾਂ ਭੁੱਲ ਗਿਆ। ਉਹਦੇ ਉਹਨਾਂ ਰੋਮ ਕਤਲ ਕਰ ਦਿੱਤੇ। ਜੋ ਕਰ ਸਕਦੇ ਸਨ ਮਾੜਾ ਕੀਤਾ। ਦਾ ਲੱਗਾ ਤੇ ਕਲਗੀਧਰ ਪਾਤਸ਼ਾਹ ਕੋਲ ਆ ਕੇ ਤੇ ਪੁਬਾਹ ਨਾਲ ਰੁਪਿਆ, ਕਹਿਣ ਲੱਗਾ ਪਾਤਸ਼ਾਹ ਮੇਰਾ ਧਰਮ ਜਾਂਦਾ ਰਿਹਾ, ਮੇਰੀ ਇੱਥੋਂ ਤੱਕ ਉਹਨਾਂ ਸੁਣਤ ਵੀ ਕਰ ਦਿੱਤੀ ਹੈ। ਕਲਗੀਧਰ ਬਾਪੂ ਕਹਿਣ ਲੱਗਾ ਗੁਰਮੁਖਾ ਮੈਨੂੰ ਕਹਿੰਦੇ ਸੰਕੋਚ ਆਉਂਦਾ, ਗੁਰਮੁਖ ਪਿਆਰੇ ਸੰਗਤਾਂ ਬੈਠੀਆਂ ਨੇ, ਭੈਣਾਂ ਬੱਚੇ, ਤੂੰ ਪਰਾਇਆ ਸੰਗਤਾਂ ਨਹੀਂ ਕੀਤਾ। ਕਹਿਣ ਲੱਗਾ ਜੇ ਗੁਰੂ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਬਚਾ ਲਿਆ, ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਭ ਤੋਂ ਵੱਡੀ ਕਮਜ਼ੋਰੀ ਬੰਦੇ ਦੀ ਇਹ ਹੈ, ਅਮਰ ਛਕ ਗੁਰੂ ਨਾਨਕ ਪਾਤਸ਼ਾਹ ਤੇਰੇ ਅੰਗ ਸੰਗ ਰਹਿਣਗੇ। ਇਹ ਜੇ ਆਚਾਰ ਦਾ ਅਰਥ, ਜਿਹੜੇ ਗੁਰਮੁਖ ਨੇ ਨਾ ਉਹਨਾਂ ਨੇ ਇਹ ਢੰਗ ਤਰੀਕਾ, ਇਹ ਜੁਗਤੀ ਬਣਾਈ ਹੈ। ਆਪਣੇ ਕਰੈਕਟਰ ਨੂੰ, ਆਪਣੇ ਅਖਲਾਕ ਨੂੰ ਢਿੱਲਿਆਂ ਨਹੀਂ ਪੈਣ ਦਿੰਦੇ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਜਿਹੜੇ ਗੁਰਮੁਖ ਨੇ ਨਾ ਭਾਈ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਸਟੇਜ ਸ਼ਬਦ ਹੈ ਨਾ ਗੁਰੂ ਦਾ, ਇਹਦੀ ਵਿਚਾਰ ਕਰਦੇ ਹਨ। ਨਾਨਕ ਗੁਰਮੁਖ ਪਾਵੈ ਪਾਰ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਤੂੰ ਵੀ ਗੁਰਮੁਖ ਬਣ ਜਾਏ, ਆਪਣਾ ਮੂੰਹ ਪਾਸੇ ਸੱਜੇ ਤੋਂ ਢਾ ਕੇ ਤੇ ਗੁਰੂ ਵਾਲੇ ਪਾਸੇ ਕਲ ਕਰ ਲੈ ਨਾ, ਤੂੰ ਸੰਸਾਰ ਸਾਗਰ ਤੋਂ ਪਾਰ ਹੋ ਜਾਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡਾ ਕਿਤੇ ਇਹੋ ਜਿਹਾ ਜੀਵਨ ਬਣੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਦੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਨਾਨਕ ਗੁਰਮੁਖ ਪਾਵੈ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।